सतनाम श्री वाहिगुरु साहिब जीओ। सतगुर आयो शरण तुहारी, मिलै सुख नाम हर सूबा। चिंता लाहे हमारी, तुम्हारी शरण तुम्हारी आशा। तुम ही सजन सोहेले, राखो राखन हार दयाला। नानक कर के गोले, राखो राखन हार दयाला। नानक कर के गोले, जुगो जुग टल। चबर छत्र तखत दे मालक, दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज के निबाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे विच जुड़ करके बहन दी कृपालता करिए। समय और सुआसां नूं सफला करिए, सतगुरां दीयां खुशियां प्राप्त करना करिए। चल रही जो सतगुरु जी दी पावन पवित्र विचार है, जो कल रोज तो लेकर सतगुरु जी दी अपार बख्शिश रहमत हुई है। बाबा जगराज सिंह जी उन्हां दे धर्म पत्नी बीबी किरणजीत कौर, जो समूह कल्याण परिवार ने एकत्र होकर के सतगुरु जी दा ओट आसरा प्राप्त किया, सतगुरु जी दी बख्शिश रहमत प्राप्त की है। जो श्री खंड पाठ साहिब कल रोज तो आरंभ होना कीते ने, ते आओ आपां सारे एकत्र होकर के जितना समा प्राप्त होया ना गुरु सतगुरु जी दे पावन पवित्र चरण कमलां विखे, उस समय की प्राप्ति करिए। थोड़े समय तो ज्यादा लाभ प्राप्त करिए। दास नूं हुक्म होया एक घंटा सतगुरु जी दी पावन पवित्र हजूरी अंदर सतगुरु जी दियां पावन पवित्र अमोलक विचारां साझियां करन दा। सतगुरु जी दी कृपा हुई, अज नथोवाल नगर दे भाग जागे ने। सतगुरु जी ने कृपा की, हरेक साल की तरह सुभाग भरिया समा प्रदान किया है। ते इदां दी बख्शिश रहमत प्यारे हो बहुत ही उत्तम भागां दे नाल प्राप्त हुंदी, वड्डे भागां दे नाल प्राप्त हुंदी है। ते मैं बेनती करा प्यारिओ, जितना समा आपां विचार करनी है ना, आ लंगर वाली संगत की आवाज उत्ते आउंदी है, ते कृपा करके थोड़ा जिहा संकोच करो, जां ते फिर उन्ना समा लंगर बंद कर दिता जावे। क्योंकि जदों लंगर चलदा विच कोई ना कोई विचार चल पैंदी, कोई ना कोई गल चल पैंदी, लंगर बंद कर दिता जावे, बाद विच चला सकने हो। बड़ा समा पिया अपने कोल। पहले ते सतगुरु की कृपा रहमत मेहरां दे सदका मन की खुराक प्राप्त कर लीए। मन की खुराक है सतगुरु दा सिमरन, सतगुरु की बंदगी, सतगुरु दा ओट आसरे मन की खुराक है। ते तन की खुराक साडे जो
36 प्रकार ਦੇ ਭੋਜਨਾਂ ਦੇ ਵਿੱਚੋਂ ਕੋਈ ਵੀ ਭੋਜਨ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਤਨ ਦੀ ਖੁਰਾਕ ਹੈ, ਪਹਿਲੇ ਮਨ ਦੀ ਖੁਰਾਕ ਪ੍ਰਾਪਤ ਕਰ ਲਈਏ। ਭਾਵ ਸਤਿਗੁਰ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਬੈਠੀਏ। ਆਪਾਂ ਮੈਂ ਬੇਨਤੀ ਕਰਾਂ, ਆਵਾਜ਼ ਜ਼ਿਆਦਾ ਆਉਂਦੀ ਹੈ, ਥੋੜਾ ਸਮੇਂ ਲਈ ਪ੍ਰਸ਼ਾਦਾ ਪਾਣੀ ਬੰਦ ਕਰ ਦਿਓ, ਬਾਅਦ ਵਿੱਚ ਆਪਾਂ ਛਕਾਂਗੇ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਮੈਂ ਵਿਚਾਰ ਸਮਾਂ ਆਰੰਭ ਕਰਾਂ। ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਡੇ ਭਾਗ ਜਾਗੇ ਨੇ, ਉੱਤਮ ਵਿਚਾਰ ਪ੍ਰਾਪਤ ਹੋਈ ਹੈ, ਚੰਗੇ ਭਾਗ ਪ੍ਰਾਪਤ ਹੋਏ ਨੇ। ਗੁਰਬਾਣੀ ਕਹਿੰਦੀ ਵੱਡ ਭਾਗੀ ਸਦ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਸਤਿਗੁਰੂ ਜੀ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਇਹ ਸੰਗਤ ਪ੍ਰਾਪਤ ਹੋਈ ਹੈ। ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾ ਸਦ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸਤਿਗੁਰੂ ਜੀ ਕਹਿੰਦੇ ਵੱਡੇ ਭਾਗਾਂ ਤੋਂ ਬਿਨਾਂ ਇਹ ਸੰਗਤ ਪ੍ਰਾਪਤ ਨਹੀਂ ਹੁੰਦੀ, ਤੇ ਸੰਗਤ ਤੋਂ ਬਿਨਾਂ ਮੈਲ ਦੇ ਨਾਲ ਇਹ ਤਨ ਭਰ ਜਾਂਦਾ ਏ। ਕਦਾਚਿਤ ਵੀ ਆਨੰਦ ਪ੍ਰਾਪਤ ਨਹੀਂ ਹੁੰਦਾ, ਕੋਈ ਖੁਸ਼ੀ ਪ੍ਰਾਪਤ ਨਹੀਂ, ਕੋਈ ਜੀਵਨ ਦੇ ਵਿੱਚ ਤਬਦੀਲੀ ਪ੍ਰਾਪਤ ਨਹੀਂ ਹੁੰਦੀ। ਤਬਦੀਲੀ ਪ੍ਰਾਪਤ ਕਦੋਂ ਹੋਣੀ? ਜਦੋਂ ਸਤਿਗੁਰ ਦੀ ਕਿਰਪਾ ਹੋਈ, ਜਦੋਂ ਸੰਗਤ ਪ੍ਰਾਪਤ ਹੋਈ। ਸੰਗਤ ਦੇ ਵਿੱਚ ਹੀ ਅਨੇਕ ਪ੍ਰਕਾਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੇ। ਸੰਗਤ ਦੇ ਵਿੱਚ ਹੀ ਅਮੋਲਕ ਖਜ਼ਾਨੇ ਪ੍ਰਾਪਤ ਹੁੰਦੇ ਨੇ। ਸੰਗਤ ਦੇ ਵਿੱਚ ਹੀ ਸਾਨੂੰ ਸੋਝੀ ਪ੍ਰਾਪਤ ਹੁੰਦੀ। ਸਤਿਗੁਰ ਦੀ ਕਿਰਪਾ ਰਹਿਮਤ ਕਿਵੇਂ ਪ੍ਰਾਪਤ ਕਰਨੀ? ਸੰਗਤ ਦੇ ਵਿੱਚ ਹੀ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਜੀਵਨ, ਮਨੁੱਖੇ ਜੀਵਨ ਦਾ ਭਾਵ ਕੀ ਹੈ, ਸੰਸਾਰ ਵਿੱਚ ਪ੍ਰਾਪਤ ਕੀਤਾ, ਇਹਦਾ ਅਸਲ ਮੇਨ ਮਕਸਦ ਕੀ ਹੈ, ਇਹ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ। ਤੇ ਸਤਿਗੁਰੂ ਜੀ ਕਿਰਪਾ ਕਰਦੇ। ਮੈਂ ਇੱਥੇ ਵੀ ਬੇਨਤੀ ਕਰਦੇ ਮੈਂ, ਸੰਗਤ ਵੀ 3 ਪ੍ਰਕਾਰ ਦੀ ਹੈ। ਇੱਕ ਤੇ ਉਹ ਸੰਗਤ ਹੁੰਦੀ ਹੈ ਜਿਨ੍ਹਾਂ ਨੇ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕੀਤੀ ਹੈ, ਸਤਿਗੁਰ ਦੇ ਸਨਮੁਖ ਆਪਣਾ ਤਨ ਮਨ ਧਨ ਸਭ ਸੌਂਪ ਦਿੱਤਾ। ਸਤਿਗੁਰ ਦੀ ਕਿਰਪਾ ਰਹਿਮਤ ਬਣ ਗਈ ਹੈ। ਇੱਕ ਉਹ ਹੁੰਦੇ ਨੇ, ਇੱਕ ਹੁੰਦੇ ਨੇ ਸੰਗਤ ਵਿੱਚ ਆਉਂਦੇ ਨੇ, ਤਨ ਮਨ ਧਨ ਸਤਿਗੁਰੂ ਨੂੰ ਸੌਂਪਦੇ ਵੀ ਹੈ, ਤੇ ਬਾਅਦ ਵਿੱਚ ਉਹ ਗੱਲ ਬਣਦੀ ਨਹੀਂ। ਥੋੜੇ ਸਮੇਂ ਲਈ ਉਹ ਸੰਗਤ ਦੀ ਰੰਗਤ ਉਹਨਾਂ ਦੇ ਮਨ ਤੋਂ ਲੱਥ ਜਾਂਦੀ ਹੈ, ਮਨ ਫਿੱਕਾ ਪੈ ਜਾਂਦਾ। ਇੱਕ ਉਹ ਹੁੰਦੇ ਨੇ ਜਿਹੜੇ ਸੰਗਤ ਵਿੱਚ ਆਉਂਦੇ ਵੀ, ਤਨ ਮਨ ਧਨ ਸਤਿਗੁਰੂ ਜੀ ਨੂੰ ਸੌਂਪਦੇ ਵੀ ਹੈ, ਪਰ ਕਹਿੰਦੇ ਜਦੋਂ ਸਮਾਪਤੀ ਹੋ ਜਾਂਦੀ ਨਾ ਵਿਚਾਰ ਦੀ, ਸਤਿਗੁਰ ਦੀ ਪਵਿੱਤਰ ਹਜ਼ੂਰੀ ਵਿੱਚੋਂ ਚਲੇ ਜਾਂਦੇ ਨੇ, ਭੋਗ ਪੈ ਜਾਂਦੇ ਨੇ, ਉਹਨਾਂ ਦੇ ਤਨ ਦੇ ਉਤੋਂ ਸੰਗਤ ਦੀ ਰੰਗਤ ਲੱਥ ਜਾਂਦੀ ਹੈ। ਮੈਂ ਬੇਨਤੀ ਕੀਤੀ, ਸੰਗਤ ਵੀ 3 ਪ੍ਰਕਾਰ ਦੀ ਹੈ। ਤੇ ਆਓ ਆਪਾਂ ਇਸ ਪ੍ਰਤੀ ਵਿਚਾਰ ਕਰੀਏ। 3 ਪ੍ਰਕਾਰ ਦੀ ਸੰਗਤ ਕਿੱਦਾਂ ਦੀ, ਕੀ ਇਹਦਾ ਭਾਵ ਅਰਥ ਹੈ, ਕਿਵੇਂ ਵਿਚਾਰ ਬਣਦੀ ਹੈ। ਸਤਿਗੁਰੂ ਜੀ ਕਹਿੰਦੇ ਇਦਾਂ ਦੀ ਵਿਚਾਰ ਪ੍ਰਾਪਤ ਕਰੀਏ। ਕਹਿੰਦੇ 3 ਪ੍ਰਕਾਰ ਦੇ ਕਿਹੜੇ ਗੁਰਮੁਖ ਨੇ, ਸੰਗਤ ਕਰਨ ਵਾਲੇ ਕਿਹੜੇ ਪਿਆਰੇ ਨੇ, ਕਿੱਦਾਂ ਦੇ ਨੇ, ਕੀ ਉਹਨਾਂ ਦੀ ਵਿਚਾਰ ਹੈ। ਕਹਿੰਦੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 10ਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ। ਸ਼ਸ਼ੋਭਤ ਸਨ ਤੇ ਸਤਿਗੁਰੂ ਜੀ ਦੇ ਸਨਮੁਖ ਕਾਫੀ ਸੰਗਤ ਆਉਂਦੀ ਹੈ, ਕਾਫੀ ਸੰਗਤ ਜਾਂਦੀ ਹੈ। ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੁੰਦੇ ਨੇ, ਤੇ ਸਤਿਗੁਰੂ ਜੀ ਵੀ ਬੜੀਆਂ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਨੇ। ਜੋ ਵੀ ਆਉਂਦਾ ਸਤਿਗੁਰ ਦੇ ਦਰ ਤੇ ਝੋਲੀਆਂ ਭਰ ਕੇ ਜਾਂਦਾ, ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰਦਾ। ਤੇ ਕਹਿੰਦੇ ਏਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ। ਤੇ ਇੱਕ ਦਿਨ ਕਹਿੰਦੇ ਸੰਗਤ ਜੁੜ ਕਰਕੇ ਬੈਠੀ ਹੈ, ਤੇ ਜਿਸ ਵੇਲੇ ਸੰਗਤ ਬੈਠੀ ਜੁੜ ਕੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ, ਤੇ ਸਤਿਗੁਰੂ ਜੀ ਨੇ ਅਚਨਚੇਤ ਕਹਿ ਦਿੱਤਾ, ਭਾਈ ਸੰਗਤੇ ਗੁਰੂ ਸਤਿਗੁਰੂ ਦੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਜਿਵੇਂ
ਕਿਸੇ ਫਸਲ ਦੀ ਦੇਖਭਾਲ ਨਾ ਕੀਤੀ ਜਾਵੇ ਤੇ ਉਹ ਫਸਲ ਦੇ ਵਿੱਚ ਬਹੁਤ ਜ਼ਿਆਦਾ ਨਦੀਨ ਪੈਦਾ ਹੋ ਜਾਂਦੇ ਨੇ, ਜਿਹੜਾ ਕਿ ਫਸਲ ਦਾ ਉਜਾੜ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਜੇਕਰ ਉਹ ਫਸਲ ਦੀ ਦੇਖ ਰੇਖ ਨਾ ਕੀਤੀ ਜਾਵੇ, ਉਹਦੇ ਵਿੱਚ ਨਦੀਨ ਬਹੁਤ ਪੈਦਾ ਹੋ ਜਾਂਦੇ ਤੇ ਉਸ ਫਸਲ ਦਾ ਨੁਕਸਾਨ ਕਰਦੇ ਨੇ। ਇਸੇ ਤਰ੍ਹਾਂ ਆ ਸਾਡਾ ਜੀਵਨ ਵੀ ਇੱਕ ਫਸਲ ਦੀ ਤਰ੍ਹਾਂ, ਇਸ ਜੀਵਨ ਦੇ ਵਿੱਚ ਚੰਗਿਆਈ ਕਰਮ ਰੂਪੀ ਦੇਖ ਰੇਖ ਨਾ ਕਰਾਂਗੇ ਤੇ ਬੁਰਾਈ ਉਤਪੰਨ ਹੋਣੀ ਸ਼ੁਰੂ ਹੋ ਜਾਂਦੀ ਹੈ, ਬੁਰੇ ਕਰਮ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਜਿਹਦੇ ਕਾਰਨ ਕਰਕੇ ਸਾਡੇ ਤਨ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਤੜਥਲ ਮਚ ਜਾਂਦੀ, ਜੀਵਨ ਬਹੁਤ ਵਧੀਕੀਆਂ ਨੂੰ ਪ੍ਰਾਪਤ ਹੋ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਜਿਵੇਂ ਫਸਲ ਦੀ ਦੇਖ ਰੇਖ ਕਰਨੀ ਜ਼ਰੂਰੀ ਹੈ, ਝਾੜ ਚੰਗਾ ਪ੍ਰਾਪਤ ਕਰਨਾ ਉਹਦੀ ਦੇਖ ਰੇਖ ਕਰਨੀ ਜ਼ਰੂਰੀ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੀਵਨ ਰੂਪੀ ਫਸਲ ਵੀ ਜ਼ਰੂਰੀ ਦੇਖ ਰੇਖ ਕਰਨੀ, ਵਰਨਾ ਝਾੜ ਦੀ ਵਧੀਆ ਚੰਗੇ ਕਰਮ ਦੀ ਪ੍ਰਾਪਤ ਨਹੀਂ ਕਰ ਸਕਦੇ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸੰਗਤਾਂ ਦੇ ਨਾਲ। ਸਤਿਗੁਰੂ ਜੀ ਕਹਿੰਦੇ ਸਤਿਗੁਰ ਦੀ ਸੰਗਤ ਫਿਰ ਕਿੱਦਾਂ ਦੀ ਕਰੀਏ, ਸਤ ਸੰਗਤ ਕੈਸੀ ਜਾਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਦਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਗੁਰੂ ਸਤਿਗੁਰੂ ਦੀ ਕਿਰਪਾ ਰਹਿਮਤ ਪ੍ਰਾਪਤ ਹੋਵੇ, ਜੀਵਨ ਦੇ ਵਿੱਚ ਆਨੰਦ ਹੋਵੇ, ਜੀਵਨ ਦੇ ਵਿੱਚ ਸੁੱਖ ਪ੍ਰਾਪਤ ਹੋਣ, ਆਨੰਦ ਪ੍ਰਾਪਤ ਹੋਵੇ। ਤੇ ਸਤਿਗੁਰੂ ਜੀ ਕਹਿੰਦੇ ਯਾਦ ਰੱਖਿਓ ਸੰਗਤ ਵੀ ਫਿਰ ਤਿੰਨ ਪ੍ਰਕਾਰ ਦੀ ਹੈ। ਸਦ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਗੁਰਬਾਣੀ ਦਾ ਫਰਮਾਨ ਹੈ। ਸਦ ਸੰਗਤ ਇਦਾਂ ਦੀ ਹੋਣੀ ਚਾਹੀਦੀ ਜਿੱਥੇ ਸਤਿਗੁਰ ਦਾ ਨਾਮ ਬਖਿਆਨ ਕੀਤਾ ਜਾਂਦਾ ਹੋਵੇ, ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੁੰਦੀ ਹੋਵੇ, ਇਦਾਂ ਦੀ ਸੰਗਤ ਹੋਵੇ। ਤੇ ਸੰਗਤ ਤਿੰਨ ਪ੍ਰਕਾਰ ਦੀ ਹੈ। ਸਤਿਗੁਰੂ ਜੀ ਕਹਿੰਦੇ ਉਹ ਤਿੰਨ ਪ੍ਰਕਾਰ ਦੀ ਸੰਗਤ ਹੈ ਤੇ ਮੰਨਣ ਵਾਲੇ ਵੀ ਤਿੰਨ ਪ੍ਰਕਾਰ ਦੇ ਨੇ। ਸੰਗਤ ਹੁਣ ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦੀ, ਸਤਿਗੁਰੂ ਜੀ ਤਿੰਨ ਪ੍ਰਕਾਰ ਦੀ ਸੰਗਤ ਕਿਵੇਂ ਆ? ਗੁਰੂ ਸਤਿਗੁਰੂ ਜੀ ਨੇ ਕਿਹਾ ਹਾਂ ਭਾਈ ਤਿੰਨ ਪ੍ਰਕਾਰ ਦੀ ਸੰਗਤ ਹੈ। ਇੱਕ ਤੇ ਹੁੰਦੀ ਸੰਗਤ ਆਪਾਂ ਆਮ ਕਹਿ ਦਿੰਨੇ ਆ, ਚਾਰ ਬੰਦੇ ਬੈਠੇ ਹੋਣ ਇਕੱਠੇ ਹੋ ਕੇ ਆਪਸ ਵਿੱਚ ਗੱਪਾਂ ਮਾਰਦੇ ਹੋਣ, ਸੰਸਾਰ ਦੀਆਂ ਗੱਲਾਂ ਕਰਦੇ ਹੋਣ, ਕਹਿ ਦਈਦਾ ਭਾਈ ਸੰਗਤ ਕਿਵੇਂ ਬੈਠੀ ਆ, ਕਹਿ ਦਈਦਾ। ਇੱਕ ਹੁੰਦਾ ਆਮ ਕਹਿੰਦੇ ਵਿਚਾਰ ਗੱਲ ਹੈ, ਉਹ ਆਪਸ ਦੇ ਵਿੱਚ ਸੰਸਾਰ ਦੀਆਂ ਗੱਲਾਂ ਪਏ ਕਰਦੇ ਹੋਣ, ਸੰਗਤ ਕਿੱਧਰ ਨੂੰ ਜਾਂਦੀ ਹੈ। ਇੱਕ ਹੁੰਦੀ ਸਦ ਸੰਗਤ, ਇੱਕ ਹੁੰਦੀ ਸੰਗਤ, ਇੱਕ ਹੁੰਦੀ ਕੁਸੰਗਤ, ਇੱਕ ਹੁੰਦੀ ਸਦ ਸੰਗਤ। ਕੁਸੰਗਤ ਉਹ ਹੁੰਦੀ ਜਿਹੜੇ ਮਾੜੇ ਕਰਮ ਕੀਤੇ ਜਾਣ, ਮਾੜੀ ਵਿਚਾਰ ਪ੍ਰਾਪਤ ਕੀਤੀ ਜਾਵੇ, ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੀ ਬੁਰਾਈ ਪੈਦਾ ਹੋ ਜਾਵੇ, ਉਹਨੂੰ ਕੁਸੰਗਤ ਕਹਿੰਦੇ ਨੇ। ਇੱਕ ਹੁੰਦੀ ਸਦ ਸੰਗਤ, ਸਦ ਸੰਗਤ ਉੱਥੇ ਮੰਨੀ ਜਾਂਦੀ ਜਿੱਥੇ ਸਤਿਗੁਰ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕੀਤੇ ਜਾਣ ਤੇ ਸਤਿਗੁਰ ਦੀ ਵਡਿਆਈ ਹੁੰਦੀ ਹੋਵੇ। ਜਿਵੇਂ ਅੱਜ ਬਾਬਾ ਜਗਰਾਜ ਸਿੰਘ ਜੀ ਤਥਾ ਸਮੂਹ ਕਲਿਆਣ ਪਰਿਵਾਰ ਨੇ ਇਕੱਤਰ ਹੋ ਕਰਕੇ ਹਰੇਕ ਸਾਲ ਦੀ ਤਰ੍ਹਾਂ ਆ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ। ਅੱਜ ਸਤਿਗੁਰੂ ਜੀ ਦਾ ਓਟ ਆਸਰਾ ਤੱਕਿਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਸਾਂ ਔਰ ਤੁਸਾਂ ਨੂੰ ਜੁੜ ਕੇ ਬਹਿਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਸਤ ਸੰਗਤ ਹੈ। ਤੇ ਕੱਲ ਰੋਜ਼ ਤੋਂ ਆਪ ਸੰਗਤ ਬੜੇ ਆਨੰਦ ਦੇ ਨਾਲ ਸੇਵਾ ਕਰਦੇ ਹੋ, ਬੜੇ ਚਾਉ ਦੇ ਨਾਲ ਗੁਰੂ ਸਤਿਗੁਰ ਦੀ ਬਾਣੀ ਪੜ੍ਹਦੇ ਹੋ, ਸੁਣਦੇ ਹੋ, ਸੇਵਾ ਕਰਦੇ ਹੋ। ਬਾਬਾ ਜਗਰਾਜ ਸਿੰਘ ਸਮੂਹ ਤਥਾ ਕਲਿਆਣ ਪਰਿਵਾਰ ਬੜੇ ਚਾਉ ਦੇ ਨਾਲ ਸਤਿਗੁਰ ਦੀ ਸੇਵਾ ਕਰਦੇ। ਗੁਰੂ ਸਤਿਗੁਰ ਦੇ ਵਜ਼ੀਰ ਪਾਠੀ ਸਿੰਘ ਜਿਨ੍ਹਾਂ ਦੀ ਸੇਵਾ ਤਨ ਮਨ ਧਨ ਦੇ ਨਾਲ ਸੇਵਕ ਪਰਿਵਾਰ ਪੂਰਨ ਤੌਰ ਤੇ ਕਰ ਰਿਹਾ। ਸਤਿਗੁਰ ਦੀਆਂ ਬੇਟੀਆਂ, ਸਤਿਗੁਰ ਦੀ ਕਿਰਪਾ ਨਾਲ ਬਾਬਾ ਜਗਰਾਜ ਸਿੰਘ ਦੀਆਂ ਬੇਟੀਆਂ, ਬੇਟੇ, ਹੋਰ ਵੀ ਜਿਹੜੇ ਸਿੱਖ ਸੇਵਕ ਇਹਨਾਂ ਦੇ ਸ਼ਰਧਾਲੂ, ਇਹਨਾਂ ਦੇ ਪ੍ਰੇਮੀ ਨੇ, ਉਹ ਵੀ ਆ ਕਰਕੇ ਤਨ ਮਨ ਧਨ ਦੇ ਨਾਲ ਸੇਵਾ ਪਏ ਕਰਦੇ ਨੇ। ਇਦਾਂ ਦੀ ਸਤਿਗੁਰ ਦੀ ਕਿਰਪਾ।
ਤੇ ਪਰਿਵਾਰ ਵੀ ਪੂਰਨ ਤੌਰ ਤੇ ਸਤਿਗੁਰ ਦੇ ਪਾਠੀ ਸਿੰਘਾਂ ਦੀ ਸੇਵਾ ਪਏ ਕਰਦੇ ਨੇ, ਤਨ ਮਨ ਧਨ ਦੇ ਨਾਲ ਸੇਵਾ ਕਰਦੇ ਆ। ਤੇ ਮੈਂ ਇੱਥੇ ਛੋਟੀ ਜੀ ਬੇਨਤੀ ਕਰਾਂ ਇਹਦੇ ਵਿੱਚ ਦੀ, ਇਹ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਹੈ। ਉਹ ਕਿਆ ਕਰਦੇ ਸਨ ਭਾਈ ਸੰਗਤੇ, ਜੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨਾ, ਸਤਿਗੁਰ ਤੱਕ ਪਹੁੰਚਣਾ, ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਬਚਨ। ਉਹ ਕਹਿੰਦੇ ਗੁਰੂ ਘਰ ਦੇ ਵਜ਼ੀਰ, ਗੁਰੂ ਘਰ ਦੇ ਪਾਠੀ ਗ੍ਰੰਥੀ ਸਿੰਘ, ਉਹਨਾਂ ਦੀ ਸੇਵਾ ਕਰ ਲੋ, ਸਤਿਗੁਰ ਜੀ ਆਪਣੇ ਆਪ ਹੀ ਪ੍ਰਸੰਨ ਹੋ ਜਾਣਗੇ, ਖੁਸ਼ ਹੋ ਜਾਣਗੇ। ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਮਾਂ ਬਤੀਤ ਕਰਨ ਵਾਲੇ, ਗੁਰੂ ਦੀ ਬਾਣੀ ਪੜ੍ਹਨ ਵਾਲੇ ਸਤਿਗੁਰ ਦੇ ਗ੍ਰੰਥੀ ਸਿੰਘ, ਪਾਠੀ ਸਿੰਘ ਬੜੀ ਉੱਤਮ ਪਦਵੀ ਦੇ ਲਾਇਕ ਹੁੰਦੇ ਨੇ, ਸਤਿਕਾਰਯੋਗ ਹੁੰਦੇ ਨੇ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਜੇ ਸਤਿਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨਾ, ਗੁਰੂ ਨਾਨਕ ਦੇ ਦਰ ਕਰਦੇ ਗ੍ਰੰਥੀ ਸਿੰਘ, ਪਾਠੀ ਸਿੰਘਾਂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰ ਲੋ, ਸਤਿਗੁਰ ਜੀ ਆਪਣੇ ਆਪ ਹੀ ਪ੍ਰਸੰਨ ਹੈ, ਖੁਸ਼ ਹੈ। ਸਤਿਗੁਰ ਦੀ ਕਿਰਪਾ ਰਹਿਮਤ ਵਰਤੇਗੀ। ਤੇ ਅੱਜ ਪਰਿਵਾਰ ਉਸੇ ਪਾਏ ਹੋਏ ਪੂਰਨਿਆਂ ਤੇ ਚੱਲ ਰਿਹਾ, ਬਾਬਾ ਆਨੰਦ ਸਿੰਘ ਦੇ ਦਰਸਾਏ ਮਾਰਗ ਤੇ ਚੱਲ ਰਿਹਾ। ਤੇ ਮੈਂ ਇੱਥੇ ਵੀ ਬੇਨਤੀ ਕਰ ਦੇਵਾਂ, ਬਾਬਾ ਜਗਰਾਜ ਸਿੰਘ ਜੀ ਕਹਿੰਦੇ ਗੁਰੂ ਨਾਨਕ ਦੀ ਕਿਰਪਾ ਨਾਲ ਬਾਬਾ ਆਨੰਦ ਸਿੰਘ ਦੇ ਪੂਰਨ ਸ਼ਰਧਾਲੂ ਹੈ, ਸਿੱਖ ਹੈ, ਉਹਨਾਂ ਦਾ ਬੜਾ ਸਤਿਕਾਰ ਕਰਦੇ ਨੇ। ਬਹੁਤ ਵੱਡੀ ਇਹ ਵਿਚਾਰ ਹੈ, ਕਿਉਂਕਿ ਕਿਸੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ, ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਜੀਵਨ ਨੂੰ ਬਹੁਤ ਵੱਡੀਆਂ ਬੁਲੰਦੀਆਂ ਤੇ ਲੈ ਜਾ ਸਕਦੀ ਹੈ ਵਿਚਾਰ। ਤੇ ਅੱਜ ਕਿਰਪਾ ਵੀ ਹੈ, ਸਤਿਗੁਰ ਦੀ ਰਹਿਮਤ ਹੈ। ਹਰੇਕ ਸਾਲ ਪਰਿਵਾਰ ਤੋਂ ਸੁਣਨ ਤੇ ਮਿਲਿਆ, ਕਹਿੰਦੇ 6 ਵੱਡੇ ਵੱਡੇ ਜੱਗ ਕੀਤੇ ਜਾਂਦੇ, ਭੰਡਾਰੇ ਕੀਤੇ ਜਾਂਦੇ ਨੇ, ਇਲਾਕੇ ਦੀਆਂ ਸੰਗਤਾਂ ਆਉਂਦੀਆਂ, 7ਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹਰੇਕ ਸਾਲ। ਕਿੱਡੇ ਪੁੰਨ ਦੀ, ਕਿੱਡੇ ਦਾਨ ਦੀ ਗੱਲ ਹੈ, ਵਿਚਾਰ ਹੈ। ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ, ਏਦਾਂ ਬਖਸ਼ਿਸ਼ ਰਹਿਮਤ ਵਰਤਦੀ ਹੈ। ਮਹਾਂਪੁਰਖਾਂ ਦੀ ਸੰਗਤ ਕੀਤੇ ਹੋਏ ਦਾ ਆਨੰਦ ਰੰਗ ਹੈ, ਤੇ ਏਦਾਂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੁੰਦੀ ਹੈ। ਮੈਂ ਵਿਚਾਰ ਕਰ ਰਿਹਾ ਸੀ ਕਿ ਬਾਬਾ ਆਨੰਦ ਸਿੰਘ ਦੇ ਮਹਾਂਪੁਰਖਾਂ ਦੇ ਪਾਏ ਪੂਰਨਿਆਂ ਤੇ ਸੇਵਕ ਪਰਿਵਾਰ ਚੱਲਦਾ ਬਹੁਤ ਵੱਡੇ ਉੱਤਮ ਭਾਗ ਦੀ ਵਿਚਾਰ ਹੈ, ਨਿਸ਼ਾਨੀ ਹੈ ਇਹ। ਤੇ ਉਸ ਵੇਲੇ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹੀ ਵਿਚਾਰ ਦਸਿਓ, ਪਿਆਰਿਓ ਸਦ ਸੰਗਤ ਕਰਨੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ, ਉੱਤਮ ਭਾਗਾਂ ਦੀ ਨਿਸ਼ਾਨੀ। ਸੇਵਕ ਪਰਿਵਾਰ ਅੱਜ ਉਸੇ ਤਰ੍ਹਾਂ ਸਦ ਸੰਗਤ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਨੰਦ ਮਾਣ ਰਹੇ ਨੇ, ਸੁਭਾਗ ਪ੍ਰਾਪਤ ਕਰ ਰਹੇ ਨੇ। ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋ ਰਹੀ ਹੈ। ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ, ਮੈਂ ਗੱਲ ਉੱਥੇ ਹੀ ਲੈ ਕੇ ਆਵਾਂ। ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਦੱਸੋ, ਇਹ ਸੰਗਤ 3 ਪ੍ਰਕਾਰ ਦੀ ਹੁੰਦੀ, ਕਿੱਦਾਂ ਕਿੱਦਾਂ ਦੀ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਸੰਗਤ ਕਰਨ ਵਾਲੇ ਵੀ 3 ਪ੍ਰਕਾਰ ਦੇ ਹੁੰਦੇ। ਇੱਕ ਤੇ ਸੰਗਤ 3 ਪ੍ਰਕਾਰ ਦੀ ਹੁੰਦੀ, ਇੱਕ ਤੇ ਸੰਗਤ ਮੰਨੀ ਜਾਂਦੀ ਸੰਸਾਰ ਦੀ, ਇੱਕ ਸੰਗਤ, ਇੱਕ ਕੁਸੰਗਤ, ਇੱਕ ਸਾਧ ਸੰਗਤ। ਇਹ 3 ਪ੍ਰਕਾਰ ਦੀ ਸੰਗਤ ਹੈ। ਤੇ 3 ਪ੍ਰਕਾਰ ਦੀ ਸੰਗਤ ਦੇ ਵਿੱਚ ਵੀ 3 ਪ੍ਰਕਾਰ ਦੇ ਮਨੁੱਖ ਮੰਨੇ ਜਾਂਦੇ, ਗੁਰੂ ਦੇ ਪਿਆਰੇ ਮੰਨੇ ਜਾਂਦੇ ਨੇ। ਉਹ ਕਿਵੇਂ? ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਇਆ, ਕਹਿੰਦੇ ਇਦਾਂ ਗੱਲ ਨਹੀਂ ਬਣਨੀ। ਆ ਗੁਰਮੁਖ ਪਿਆਰਿਓ, ਤੁਹਾਨੂੰ ਪ੍ਰੈਕਟੀਕਲ ਰੂਪ ਕਰਕੇ ਦੱਸਨੇ ਆ, ਸਮਝਾਉਨੇ ਆ ਕਿਵੇਂ ਆ 3 ਪ੍ਰਕਾਰ ਦੇ ਸੰਗਤ ਕਰਨ ਵਾਲੇ ਮਨੁੱਖ। ਸੰਗਤ ਤੇ 3 ਪ੍ਰਕਾਰ ਦੀ ਹੋ ਗਈ, ਉਹ ਸੰਗਤ ਕਰਨ ਵਾਲੇ ਵੀ 3 ਪ੍ਰਕਾਰ ਦੇ ਹੁੰਦੇ ਨੇ। ਉਹ ਕਿਹੜੇ ਨੇ? ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਉਹ ਸਿੱਖੋ ਜਾਓ ਇੱਕ ਬਾਲਟੀ ਦੇ ਵਿੱਚ ਪਾਣੀ ਲੈ ਕੇ ਆਓ। ਪਾਣੀ ਲਿਆਂਦਾ ਗਿਆ। ਹੁਣ ਸਿੱਖ ਗੁਰੂ ਦੇ ਪਿਆਰੇ ਦੁਬਿਧਾ ਵਿੱਚ ਪੈ ਗਏ, ਸਤਿਗੁਰੂ ਜੀ ਹੁਣ ਕੀ ਕਰਨਾ ਚਾਹੁੰਦੇ ਨੇ, ਕੀ ਪ੍ਰੈਕਟੀਕਲ ਕਰਨਾ ਚਾਹੁੰਦੇ, ਕੀ ਨਿਰਣਾ ਕਰਨਾ ਚਾਹੁੰਦੇ ਨੇ। ਬਾਲਟੀ ਪਾਣੀ ਦੀ ਮੰਗਵਾਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ।
ਹੁਣ ਇਹ ਦਰਸਾਉਣਾ ਕੀ ਚਾਹੁੰਦੇ ਨੇ? ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖੋ ਬਾਲਟੀ ਪਾਣੀ ਦੀ ਲੈ ਕੇ ਆਓ। ਸਮਝਾਉਨੇ ਆ ਤੁਹਾਨੂੰ, ਸੰਗਤ ਤਾਂ ਤਿੰਨ ਪ੍ਰਕਾਰ ਦੀ ਹੋਗੀ। ਸੰਗਤ ਕਰਨ ਵਾਲੇ ਤਿੰਨ ਪ੍ਰਕਾਰ ਦੇ ਮਨੁੱਖ ਹੁੰਦੇ, ਕਿੱਦਾਂ ਦੇ ਹੁੰਦੇ ਨੇ। ਬਾਲਟੀ ਲਿਆਂਦੀ ਗਈ। ਸਤਿਗੁਰੂ ਜੀ ਹੁਣ ਸਤਿਗੁਰੂ ਜੀ ਕਹਿੰਦੇ ਇੱਕ ਤੌਲੀਆ ਲੈ ਕੇ ਆਓ, ਕੱਪੜਾ ਵੀ ਲਿਆਂਦਾ ਗਿਆ। ਸਤਿਗੁਰੂ ਜੀ ਹੁਣ ਕੀ ਆ ਗਿਆ? ਜਾਓ ਭਾਈ, ਇੱਕ ਕਹਿੰਦੇ ਪੱਥਰ ਲੈ ਕੇ ਆਓ, ਪੱਥਰ ਵੀ ਲਿਆਂਦਾ ਗਿਆ। ਸਤਿਗੁਰੂ ਜੀ ਹੁਣ ਕਹਿੰਦੇ ਪਤਾਸੇ ਲੈ ਕੇ ਆਓ। ਬਾਲਟੀ ਮੰਗਾਈ ਗਈ, ਪਾਣੀ ਵਿੱਚ ਮੰਗਵਾਇਆ ਗਿਆ, ਪੱਥਰ ਮੰਗਵਾਇਆ ਗਿਆ, ਇੱਕ ਨਾਲ ਇੱਕ ਕੱਪੜਾ ਤੌਲੀਆ ਮੰਗਵਾਇਆ ਗਿਆ, ਪਤਾਸੇ ਮੰਗਵਾਏ ਗਏ। ਹੁਣ ਜਿਨ੍ਹਾਂ ਦੀ ਮੱਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੱਕ ਪਹੁੰਚ ਨਹੀਂ ਨਾ ਸਕਦੀ, ਜਿਨ੍ਹਾਂ ਦੀ ਵਿਚਾਰ ਉਦਾਂ ਦੀ ਹੈ, ਜਿਹੜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝ ਨਹੀਂ ਨਾ ਸਕਦੇ, ਉਹ ਆਪਸ ਦੇ ਵਿੱਚ ਗੱਲਾਂ ਕਰਦੇ ਆ, ਕੰਨ ਖੁਰਕਦੇ ਆ, ਕਹਿਣ ਲੱਗੇ ਸਤਿਗੁਰੂ ਜੀ ਪਤਾ ਨਹੀਂ ਹੁਣ ਕੀ ਕਰਨ ਲੱਗੇ ਨੇ, ਕੀ ਵਿਚਾਰ ਕਰਨ ਲੱਗੇ ਨੇ, ਪਤਾ ਨਹੀਂ ਹੁਣ ਸਤਿਗੁਰੂ ਜੀ ਕਿਹੜੀ ਵਿਚਾਰ ਕਰਨਗੇ, ਕੀ ਕਹਿਣਗੇ। ਉਸ ਵੇਲੇ ਆਪਸ ਦੇ ਵਿੱਚ ਗੱਲਾਂ ਮੁੱਖ ਜੋੜ ਕੇ ਪੈ ਕਰਦੇ ਨੇ। ਹੁਣ ਜਿਨ੍ਹਾਂ ਨੂੰ ਬਹੁਤਾ ਪਤਾ ਨਹੀਂ ਨਾ ਹੁੰਦਾ, ਉਹਦੇ ਆਪਸ ਦੇ ਵਿੱਚ ਇਦਾਂ ਵਿਚਾਰ ਕਰਦੇ ਨੇ, ਇਦਾਂ ਉਹਨਾਂ ਨੂੰ ਸਮਝ ਨਹੀਂ। ਜਿਨ੍ਹਾਂ ਨੂੰ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇ ਮਾਰ ਦੇ ਰੂਪ ਨੇ, ਕਰਨ ਕਾਰਨ ਨੂੰ ਸਮਰੱਥਕ ਨੇ, ਜਿਨ੍ਹਾਂ ਨੂੰ ਪਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਰਮਜ਼ ਹੈ ਉਹ ਆਮ ਸੰਸਾਰ ਦੇ ਵਿੱਚ ਲੋਕਾਂ ਦੇ ਪੱਲੇ ਨਹੀਂ ਪੈਂਦੀ। ਇਹਦੇ ਭਾਗਾਂ ਵਾਲੇ ਹੀ ਨੇ ਜਿਹੜੇ ਸਤਿਗੁਰੂ ਦੀਆਂ ਰਮਜ਼ਾਂ ਨੂੰ ਸਮਝ ਸਕਦੇ ਨੇ। ਕਹਿੰਦੇ ਕਿਸੇ ਪ੍ਰਕਾਰ ਇੱਕ ਕਹਿੰਦੇ ਘੁਮਿਆਰ ਨੂੰ ਖਿਮਾ ਕਰਨੀ, ਘੁਮਿਆਰ ਨੂੰ ਕਹਿੰਦੇ ਲਾਲ ਲੱਭਿਆ, ਲਾਲ ਲੱਭ ਗਿਆ। ਉਹ ਲਾਲ ਦੀ ਉਹਨੂੰ ਕੀਮਤ ਦਾ ਸਾਰ ਦਾ ਪਤਾ ਨਹੀਂ ਹੈ। ਹੀਰਾ ਲੱਭ ਗਿਆ, ਲਾਲ ਲੱਭ ਗਿਆ, ਮੰਨ ਲਓ ਉਹਨੂੰ ਪਤਾ ਨਹੀਂ ਕੀਮਤ ਦਾ, ਉਹਨੇ ਚਮਕਦਾਰ ਚੀਜ਼ ਸਮਝ ਕੇ ਕਹਿੰਦੇ ਗਧੇ ਦੇ ਕੰਨ ਵਿੱਚ ਗਲੀ ਕੱਢ ਕੇ ਪਾ ਦਿੱਤੀ, ਲਮਕਾ ਦਿੱਤੀ। ਲਾਲ ਦੀ ਕੀਮਤ ਦਾ ਪਤਾ ਨਹੀਂ, ਹੀਰੇ ਦੀ ਕੀਮਤ ਦਾ ਪਤਾ ਨਹੀਂ। ਜਿਵੇਂ ਕਿਸੇ ਸ਼ਾਇਰ ਨੇ ਕਿਹਾ, ਕਹਿੰਦੇ ਜਿਹੜਾ ਹੀਰਾ ਹੁੰਦਾ ਨਾ ਕੱਚ ਦੇ ਟੁਕੜੇ ਵਾਂਗ ਚਮਕਦਾਰ ਹੁੰਦਾ, ਕੱਚ ਦੇ ਟੁਕੜੇ ਵਾਂਗ ਲੱਗਦਾ, ਤੇ ਕਹਿੰਦੇ ਕੱਚ ਵੀ ਚਿੱਟਾ, ਹੀਰਾ ਵੀ ਚਿੱਟਾ, ਰੰਗ ਚਿੱਟਾ ਹੈ ਦੋਹਾਂ ਦਾ, ਜਦ ਲੈ ਗਏ ਜੌਹਰੀ ਕੋਲ ਫਰਕ ਨਿਕਲਿਆ ਕੋਹਾਂ ਦਾ। ਕਹਿੰਦੇ ਰੰਗ ਦੋਨਾਂ ਦਾ ਚਿੱਟਾ, ਕੱਚ ਦੇ ਟੁਕੜੇ ਦਾ ਵੀ ਚਿੱਟਾ ਤੇ ਹੀਰੇ ਦਾ ਵੀ ਚਿੱਟਾ। ਹੁਣ ਕਹਿੰਦੇ ਉਹ ਘੁਮਿਆਰ ਨੂੰ ਵਿਚਾਰੇ ਵੇ ਸਮਝ ਨੂੰ ਪਤਾ ਨਹੀਂ ਲਾਲ ਦੀ ਹੀਰੇ ਦੀ ਕੀਮਤ ਦਾ, ਉਹਨੂੰ ਪਰਖ ਨਹੀਂ ਹੈ, ਸਮਝ ਨਹੀਂ, ਸੋਝੀ ਨਹੀਂ ਹੈ। ਉਹਨੇ ਕੱਢਿਆ ਗਲੀ, ਕਹਿੰਦੇ ਉਸ ਗਧੇ ਦੇ ਗਲ ਵਿੱਚ ਪਾ ਦਿੱਤਾ, ਲਮਕਾ ਦਿੱਤਾ। ਲਓ ਜੀ ਹੀਰਾ, ਕੱਚ ਦਾ ਟੁਕੜਾ ਸੋਹਣਾ ਲੱਗਦਾ, ਚਮਕਦਾ। ਤੇ ਜਿਸ ਵੇਲੇ ਕਹਿੰਦੇ ਜੌਹਰੀ ਦੱਸਦਾ, ਕਹਿੰਦੇ ਕੱਚ ਵੀ ਚਿੱਟਾ, ਹੀਰਾ ਵੀ ਚਿੱਟਾ, ਰੰਗ ਚਿੱਟਾ ਹੈ ਦੋਹਾਂ ਦਾ, ਜਦ ਲੈ ਗਏ ਜੌਹਰੀ ਕੋਲ ਫਰਕ ਨਿਕਲਿਆ ਕੋਹਾਂ ਦਾ। ਕੋਹਾਂ ਦਾ ਫਰਕ ਨਿਕਲ ਗਿਆ। ਫਿਰ ਜੌਹਰੀ ਨੂੰ ਪਤਾ, ਪਰਖਾਂ ਨੂੰ ਹੀਰੇ ਦੀ, ਤੇ ਆਮ ਲੋਕਾਂ ਕੋਲ ਲੈ ਜਾਓ ਪਤਾ ਹੀ ਨਹੀਂ ਲੱਗਣਾ ਹੀਰਾ ਕਿਹੜਾ ਤੇ ਕੱਚ ਦਾ ਟੁਕੜਾ ਕਿਹੜਾ, ਪਤਾ ਹੀ ਨਹੀਂ ਲੱਗਣਾ, ਕਿਉਂਕਿ ਸਾਡੀ ਮੱਦ, ਸਾਡੀ ਸੋਚ ਉੱਥੋਂ ਤੱਕ ਹੈ ਨਹੀਂ। ਇਹ ਪਰਖੀਆਂ ਨੂੰ, ਪਰਖਣ ਵਾਲਿਆਂ ਨੂੰ ਹੀ ਪਤਾ ਕਿ ਅਸਲ ਕੀ ਹੈ ਤੇ ਨਕਲ ਕੀ ਹੈ। ਤੇ ਮੈਂ ਵੀ ਬੇਨਤੀ ਕਰ ਦੇਵਾਂ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਇਹ ਕਿਸੇ ਕਿਸੇ ਦੇ ਹਿੱਸੇ ਇਦਾਂ ਦੀ ਪ੍ਰਾਪਤੀ ਹੁੰਦੀ, ਸਤਿਗੁਰੂ ਜੀ ਕਿਰਪਾ ਕਰਦੇ ਨੇ। ਉਸ ਵੇਲੇ ਕਹਿੰਦੇ ਉਸ ਜੌਹਰੀ ਕੋਲ ਲੈ ਕੇ ਪਤਾ ਫੇਰ ਲੱਗਿਆ, ਆਮ ਤੇ ਪਤਾ ਹੀ ਨਹੀਂ ਲੱਗਦਾ।
सतगुरु जी कृपा करते, कहते गुरु गोबिंद सिंह महाराज जी 10वें पातशाह बख्शिश रहमत करते ने। वो किड्डी वड्डी पदवी दे मालिका कित्थे तक पहुंचे ने, की उन्हां दी बख्शिश रहमत है, किवें गुरु नानक दे मार दे रूप ने, की करन कारण नूं समर्थक ने। ते कहंदे गुरु दे सतगुर दे सिखां नूं ही पता, होर किसे नूं नहीं पता। ਇਹਦੇ सतगुर ਦੀਆਂ ਰਮਜਾਂ ਉਹੀ ਜਾਣ ਸਕਦੇ ਨੇ ਜਿਨ੍ਹਾਂ ਦੀ सतगुर ਦੇ ਨਾਲ ਪ੍ਰੀਤੀ ਹੈ, ਭਾਵਨਾ ਹੈ, ਸ਼ਰਧਾ ਹੈ, ਜਿਨ੍ਹਾਂ ਦਾ ਪਿਆਰ ਹੈ। नहीं तो इदा गल नहीं बनती। जिवें सतगुर ने कृपा की सुभाग प्राप्त होया ना, महापुरखों की संगत करदियां करदियां बाबा नानक सिंह दे सन्मुख संगत करदियां उन्हां दे पाए पूरनियां ते चलदियां सेवक परिवार ने भावना ਜ਼ਾਹਰ की है। असां और तुसां नूं सतगुर दी पवित्र हजूरी अंदर विचरण दा समा सुभाग प्राप्त करवाया। यह है वड्डियां भागां दी निशानी। यह है सतगुरु गुरु गोबिंद सिंह महाराज की बख्शिश रहमत प्राप्त करने की निशानी। नहीं तो कलयुग दे विच अजकल किहदे कोले समा, भाव किसे कोल भी नहीं। कलयुग दे भयानक समय दे विच कहंदे भाई भाई दा हाल पुछण दा समा नहीं, नाल दे जम्मे दा हाल पुछण दा समा नहीं। इन्नी लाइव बिजी होई पई है, जिन्हों पुछिए भाई फोन ते ही पता ले लिया कर, पुछ लिया कर, वो कह दिंदा फोन ते पता लैण दा भी समा नहीं, इन्नी लाइव बिजी है। ते कहंदे अजकल किहदे कोले समा भाव कहण दा, किसे कोल नहीं। ये ते उत्तम भागां दी निशानी है कि गुरु ग्रंथ साहिब महाराज दी हजूरी विच आपां बैठे हां, सुभाग प्राप्त करने, सतगुर दी बख्शिश रहमत प्राप्त करने हैं, बहुत बड़े उत्तम भागां दी निशानी है। ते सतगुरु गुरु गोबिंद सिंह महाराज नूं अजकल कौन जान सकदा, जिहदे हिरदे विच प्यार है, भावना, शरधा, विचार है, उही सतगुर दी बख्शिश रहमत नूं प्राप्त कर सकदा। ते मैं गल उत्थे ही लैके आवां, कहंदे आपस दे विच मुख जोड़ जोड़ के गल्लां पे करदे ने। सतगुर जी अज की करनगे, की करना चाहुंदे ने, की विचार करना चाहते ने। सतगुर ने बाल्टी पानी दी मंगवाई, तौलिया मंगवाया, पत्थर मंगवाया, पतासे मंगाए, किदां समझाउणगे जिन्हां नूं ते पता सतगुर जी बहुत बड़ी बख्शिश रहमत दे मालक है। गुरु नानक दे मार दे 10वें रूप ने, करन कार नूं समर्थक ने, जिन्हां नूं पता है वो ते सतगुर दे डोरा छड्डी बैठे आ। सतगुरु जी नूं तन मन धन सौंपी बैठे, लो सतगुरु जी तुसी साडे आ, असी तुहाडे आ। लो सतगुरु जी जो करोगे कराओगे, वो भी वाह वाह, जो बैठे कर करा रहे हो भी वाह वाह, जोगे वास्ते करो कराओगे, वो भी वाह 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 वाह। चंगी विचार है, जो करोगे सतगुरु जी तेरे ते डोरा ने, भावें रख लै भावें मार लै, साइयां तेरे आ, तेरे दर ते डिगे आ, ढट्ठे आ तेरियां दी तैनू लाज है। जिवें रखेगा उवें रहण दे, विचार दे विच साडी की जरूरत है, साडी की पावर है। आप जी दे कीते कराए ते किंतु परंतु करिए पाप नहीं कर सकते। सतगुरु जी कृपा कर दिंदे ने, बख्शिश रहमत कर दिंदे ने। उस वेले पर जदों सतगुर दे डोरा छड्डी दियां ना, ते सतगुर जी पर किवें किसे दा माड़ा करनगे, पाप नहीं कर सकते। गुरबाणी ते इह कहंदी है, सतगुर सबना दा भला मनाएंदा ते सदा बुरा क्यों होए। ऐ प्यारिओ सतगुर जी ते सारियां दा भला चाहुंदे ने, वो नहीं चाहुंदे किसे दा बुरा होवे। वो नहीं कहंदे कोई धर्म माड़ा है, कोई मनुख माड़ा है, कोई देवी देवता माड़ा है, ते साडियां बंडियां पाइयां ने। असी अपने आप कह रहे हैं फलाना धर्म माड़ा है, फलाने धर्म दे विचार है, फलानी जात माड़ी है, फलाना मनुख माड़ा है। सतगुरु जी कहंदे ओ मनुखिया, जिस वेले अंदर झाती मार के वेखेगा ना, तेरे तो माड़ा कोई नहीं, उदों गल बननी है। सतगुरु जी कहंदे अपने आप नूं माड़ा समझ के, अपने आप नूं नीच समझ के चंगे विच तब्दील कर ला, फिर सारी चंगे दिखणगे। हम नहीं बुरा, सतगुरु जी कहंदे हम नहीं चंगे, बुरा नहीं कोई, कहंदे असीं चंगे ही नहीं।
ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਐ ਪਿਆਰਿਆ ਜਦੋਂ ਇਦਾਂ ਦੀ ਵਿਚਾਰ ਬਣਾ ਲੇਗਾ ਨਾ, ਫੇਰ ਨਹੀਂ ਕੋਈ ਮਾੜਾ ਦਿਖਣਾ, ਫਿਰ ਤੇ ਸਾਰੇ ਚੰਗੇ ਚੰਗੇ ਦਿਖਣਗੇ, ਸਾਰੇ ਚੰਗੇ ਬਣਨਗੇ। ਪਰ ਜਦੋਂ ਕਿਸੇ ਮਨੁੱਖ ਦੀ ਨੀਅਤ ਆਪਦੀ ਮਾੜੀ ਹੋਵੇ ਨਾ, ਉਹਨੂੰ ਸਾਰੀ ਮਾੜੇ ਦਿਸਦੇ ਨੇ, ਸਾਰੀ ਇਦਾਂ ਦੇ ਪਾਪੀ ਦਿਸਦੇ ਨੇ, ਉਹਨੂੰ ਸਾਰੀ ਮਾੜੇ ਲੱਗਦੇ ਨੇ। ਤੇ ਵਿਚਾਰ ਬਣਾ ਲਾ ਆਪਣੇ ਆਪ ਦੇ ਵਿੱਚ, ਕਹਿ ਲਾ ਕਿ ਮੈਂ ਪਾਪੀ ਆ, ਮੈਂ ਬੁਰਾ, ਫੇਰ ਨਹੀਂ ਤੇਰੇ ਵਿੱਚ ਤਾਕਤ ਰਹਿਣੀ ਕਿਸੇ ਨੂੰ ਮਾੜਾ ਕਹਿਣ ਦੀ, ਫੇਰ ਨਹੀਂ ਕਿਸੇ ਵਿੱਚ ਤਾਕਤ ਰਹਿਣੀ ਤੈਨੂੰ ਇਦਾਂ ਦੀ ਵਿਚਾਰ ਕਰਨ ਦੀ। ਸਤਿਗੁਰੂ ਜੀ ਕਹਿੰਦੇ ਸਾਰੇ ਧਰਮ ਚੰਗੇ ਨੇ, ਸਾਰੇ ਦੇਵੀ ਦੇਵਤੇ 33 ਕਰੋੜ ਸਭ ਚੰਗੇ ਨੇ, ਪਰ ਮਨੁੱਖਾ ਜੇ ਚੰਗਾ ਨਹੀਂ ਤੇ ਤੂੰ ਆਪ ਨਹੀਂ। ਕਿਉਂ? ਕਿਉਂਕਿ ਕਿਸੇ ਨੂੰ ਬੁਰਾ ਕਹਿਣ ਦੀ ਤੇਰੇ ਵਿੱਚ ਕੋਈ ਤਾਕਤ ਨਹੀਂ, ਕੋਈ ਜ਼ਰੂਰਤ ਨਹੀਂ, ਕੋਈ ਵਿਚਾਰ ਨਹੀਂ, ਕੋਈ ਇਦਾਂ ਦੀ ਪਾਵਰ ਨਹੀਂ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਉਹ ਪਿਆਰਿਆ ਇਦਾਂ ਦੀ ਭਾਵਨਾ ਬਣਾ ਲੈ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਜਿਨ੍ਹਾਂ ਨੂੰ ਪਤਾ ਨਹੀਂ, ਉਹ ਵਿਚਾਰਾਂ ਕਰਦੇ ਨੇ ਸਤਿਗੁਰੂ ਜੀ ਕੀ ਕਰਨਾ ਚਾਹੁੰਦੇ ਨੇ, ਕਿੱਦਾਂ ਦੀ ਵਿਚਾਰ ਬਣਾਉਣਾ ਚਾਹੁੰਦੇ ਨੇ, ਦੇਖਦੇ ਨੇ, ਆਪਸ ਦੇ ਵਿੱਚ ਗੱਲਾਂ ਪਏ ਕਰਦੇ ਨੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕਹਿੰਦੇ ਉਸ ਪਾਣੀ ਦੇ ਵਿੱਚ ਸਭ ਤੋਂ ਪਹਿਲਾਂ ਬਾਲਟੀ ਜਿਹੜੀ ਪਾਣੀ ਦੀ ਭਰੀ ਆ ਨਾ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਤੋਂ ਪਹਿਲੇ ਤੇ ਕਹਿੰਦੇ ਪੱਥਰ ਪਾ ਦਿੱਤਾ। ਪੱਥਰ ਪਾਇਆ ਪਾਣੀ ਵਿੱਚ। ਸਤਿਗੁਰੂ ਜੀ ਕਹਿੰਦੇ ਪਾਣੀ ਵਿੱਚ ਪੱਥਰ ਪਾ ਦਿਓ। ਉਪਰੰਤ ਪਾਣੀ ਵਿੱਚੋਂ ਪੱਥਰ ਥੋੜੇ ਸਮੇਂ ਬਾਅਦ ਕੱਢ ਦਿੱਤਾ। ਸਤਿਗੁਰੂ ਜੀ ਕਹਿੰਦੇ ਨੂੰ ਬਾਹਰ ਰੱਖ ਦਿਓ। ਰੱਖਿਆ। ਉਸ ਸਮੇਂ ਜਿੰਨਾ ਤਾਪਮਾਨ ਸੀ ਉਹ ਸਮੇਂ ਦਾ, ਉਹਦੇ ਮੁਤਾਬਕ ਉਹ ਪੱਥਰ ਤੋਂ ਪਾਣੀ ਹੌਲੀ ਹੌਲੀ ਸੁੱਕ ਗਿਆ। ਪਾਣੀ ਦਾ ਪ੍ਰਭਾਵ ਪੱਥਰ ਤੇ ਬਹੁਤਾ ਸਮਾਂ ਨਹੀਂ ਰਿਹਾ, ਸੁੱਕ ਗਿਆ। ਸਤਿਗੁਰੂ ਜੀ ਨੇ ਫੇਰ ਉਸ ਪਾਣੀ ਦੇ ਵਿੱਚ ਕੱਪੜਾ ਪਾਇਆ, ਕੱਪੜਾ ਪਾ ਦਿੱਤਾ। ਤੇ ਸਤਿਗੁਰੂ ਜੀ ਨੇ ਉਹ ਪਾਣੀ ਵਿੱਚੋਂ ਕੱਪੜਾ ਕੱਢ ਕੇ ਉਹ ਵੀ ਕਹਿ ਦਿੱਤਾ ਇਹਨੂੰ ਸੁੱਕਣੇ ਪਾ ਕੇ ਆਓ ਬਾਹਰ ਸੁੱਕਣ ਵਾਸਤੇ। ਸਿੱਖਾਂ ਨੇ ਯਤਨ ਕੀਤਾ, ਕੱਪੜਾ ਚੁੱਕਿਆ, ਬਾਹਰ ਸੁੱਕਣ ਵਾਸਤੇ ਪਾ ਦਿੱਤਾ। ਉਸ ਸਮੇਂ ਦਾ ਜਿੰਨਾ ਤਾਪਮਾਨ ਸੀ ਉਹਦੇ ਮੁਤਾਬਕ ਉਹ ਕੱਪੜਾ ਵੀ ਸੁੱਕ ਗਿਆ। ਤੇ ਸਤਿਗੁਰੂ ਜੀ ਕਹਿੰਦੇ ਹੁਣ ਐਂ ਕਰੋ, ਇਸ ਬਾਲਟੀ ਪਾਣੀ ਦੇ ਵਿੱਚ ਪਤਾਸੇ ਪਾ ਦਿਓ। ਪਤਾਸੇ ਪਾ ਦਿੱਤੇ ਗਏ। ਪਤਾਸੇ ਕੁਝ ਕੁ ਸਮਾਂ ਪਾਣੀ ਵਿੱਚ ਰਹੇ, ਉਹ ਪਤਾਸੇ ਖਰ ਗਏ ਨੇ। ਪਤਾਸੇ ਖਰੇ ਤੇ ਪਾਣੀ ਵਿੱਚ ਹੀ ਮਿਲ ਗਏ, ਮਿਕਸ ਹੋ ਗਏ, ਘੁਲ ਗਏ, ਪਾਣੀ ਦਾ ਰੂਪ ਹੀ ਬਣ ਗਏ ਨੇ। ਤੇ ਜਦੋਂ ਇਹ ਗੱਲ ਦੇਖੀ ਹੈ, ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਸਾਡੇ ਤੇ ਸਮਝ ਵਿੱਚ ਨਹੀਂ ਆਇਆ ਕੁਝ, ਆਪ ਜੀ ਦੱਸੋ ਤੁਸੀਂ ਕੀ ਬਖਸ਼ਿਸ਼ ਕਰਨਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ, ਸਾਨੂੰ ਤੇ ਸਮਝ ਦਾ ਪਤਾ ਹੀ ਨਹੀਂ ਲੱਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਿੱਖੋ, ਆਪ ਸੰਗਤ ਨੇ ਪੁੱਛਿਆ ਸੀ ਸੰਗਤ ਕਿੱਦਾਂ ਦੀ ਹੈ, 3 ਪ੍ਰਕਾਰ ਦੀ ਮੈਂ ਦੱਸਿਆ। ਇੱਕ ਸੰਗਤ ਹੁੰਦੀ ਆ, ਆਮ ਬੰਦੇ ਇਕੱਠੇ ਬੈਠੇ ਹੋਣ ਉਹਨੂੰ ਕਹਿ ਦਿੰਦੇ ਸੰਗਤ ਹੈ, ਉਹਦੇ ਸੰਗਤ ਹੋ ਗਈ। ਇੱਕ ਹੁੰਦੀ ਕੁਸੰਗਤ, ਕੁਸੰਗਤ ਕਰਕੇ ਮਨੁੱਖ ਦੇ ਜੀਵਨ ਦੇ ਵਿੱਚ ਬੇਅੰਤ ਇਦਾਂ ਦਾ ਪ੍ਰਭਾਵ ਪੈਂਦਾ, ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੀ ਤੜਥਲ ਮੱਚ ਜਾਂਦੀ ਹੈ, ਉਹ ਕੁਸੰਗਤ ਹੈ। ਤੀਜੀ ਹੁੰਦੀ ਸਤ ਸੰਗਤ। ਸਤਿਗੁਰੂ ਜੀ ਕਹਿੰਦੇ ਸਤ ਸੰਗਤ ਦੇ ਨਾਲ ਕਰਨ ਦੇ ਨਾਲ ਆਨੰਦ ਪ੍ਰਾਪਤ ਹੁੰਦਾ, ਖੁਸ਼ੀਆਂ ਪ੍ਰਾਪਤ ਹੁੰਦੀਆਂ, ਸਤਿਗੁਰਾਂ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੁੰਦੀਆਂ ਨੇ, ਕਦਾਚਿਤ ਵੀ ਕੋਈ ਹਾਨੀ ਨਹੀਂ, ਕੋਈ ਬੁਰਾਈ ਨਹੀਂ। ਸਤਿਗੁਰੂ ਜੀ ਕਹਿੰਦੇ ਬਖਸ਼ਿਸ਼ ਰਹਿਮਤ ਪ੍ਰਾਪਤ ਹੁੰਦੀ ਹੈ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੰਗਤ, ਕੁਸੰਗਤ, ਸਦ ਸੰਗਤ, ਇਹ 3 ਪ੍ਰਕਾਰ ਦੀ ਸੰਗਤ ਹੋ ਗਈ। ਤੇ ਸੰਗਤ ਕਰਨ ਵਾਲੇ ਵੀ 3 ਪ੍ਰਕਾਰ ਦੇ ਨੇ। ਉਹ ਕਿਹੜੇ ਨੇ? ਜਿਹੜੇ ਸੰਗਤ ਵਿੱਚ ਆਉਂਦੇ ਵੀ, ਬੈਠਦੇ ਵੀ, ਆਨੰਦ ਵੀ ਮਾਣਦੇ, ਸਤਿਗੁਰਾਂ ਦੀਆਂ ਖੁਸ਼ੀਆਂ ਵੀ ਮਾਣਦੇ, ਬਾਣੀ ਪੜ੍ਹਦੇ ਵੀ ਐ, ਸੁਣਦੇ ਵੀ ਐ, ਸੇਵਾ ਵੀ ਕਰਦੇ ਆ, ਤਨ ਮਨ ਧਨ ਦੇ ਨਾਲ ਸਤਿਗੁਰ ਦੇ ਸਨਮੁਖ ਬੈਠਦੇ ਵੀ ਆ।
ਤੇ ਸਤਿਗੁਰੂ ਜੀ ਕਹਿੰਦੇ ਹੁਣ ਸੰਗਤ ਵਿੱਚ ਬੈਠੇ ਮਨੁੱਖਾਂ ਦਾ ਪਤਾ ਨਹੀਂ ਲੱਗਦਾ ਕੌਣ ਕਿੱਦਾਂ ਦਾ। ਇੱਥੇ ਦੇ ਚੋਰ ਵੀ ਆ ਕੇ ਬਹਿ ਜੇ ਨਾ, ਉਹਨੂੰ ਵੀ ਸਤ ਸੰਗਤ ਦਾ ਦਰਜਾ ਦਿੱਤਾ ਜਾਂਦਾ। ਕੋਈ ਪਾਪੀ ਵੀ ਆ ਕੇ ਬਹਿ ਜੇ, ਉਹਨੂੰ ਵੀ ਕਹਿ ਦਈਦਾ ਕੌਣ ਬੈਠਾ ਭਾਈ, ਗੁਰੂ ਸਤਿਗੁਰ ਦੀ ਸੰਗਤ ਬੈਠੀ ਆ ਜੀ, ਸਤਿਗੁਰ ਦੀ ਪਵਿੱਤਰ ਹਜ਼ੂਰੀ ਅੰਦਰ ਸੰਗਤ ਬੈਠੀ ਹੈ। ਅੱਛਾ, ਇੱਥੇ ਕੌਣ ਪਾਪੀ ਹੈ, ਕੌਣ ਚੋਰ ਹੈ, ਕੌਣ ਅਪਰਾਧੀ, ਕੌਣ ਕੌਣ ਹੈ ਇੱਥੇ? ਉੱਥੇ ਫਿਰ ਕਿਸੇ ਨੂੰ ਇਦਾਂ ਪੌਣ ਛਾਣ ਕਰਕੇ ਨਹੀਂ ਕਹਿ ਸਕਦੇ ਕੌਣ ਹੈ। ਉੱਥੇ ਤੇ ਕੇਵਲ ਸਦ ਸੰਗਤ ਹੈ ਤੇ ਸਦ ਸੰਗਤ ਦੇ ਦਰਜੇ ਨੂੰ ਸਦ ਸੰਗਤੀ ਕਿਹਾ ਜਾਂਦਾ। ਇਹ ਵਿਚਾਰ ਹੁੰਦੀ ਹੈ। ਤੇ ਹੁਣ ਕਹਿੰਦੇ ਉਹ ਸੰਗਤ ਕਰਨ ਵਾਲੇ ਵੀ ਤਿੰਨ ਪ੍ਰਕਾਰ ਦੇ ਨੇ। ਕਿਵੇਂ? ਕਹਿੰਦੇ ਇੱਕ ਤੇ ਹੋ ਗਿਆ ਜਿਹੜੇ ਸਤਿਗੁਰ ਦੀ ਹਜ਼ੂਰੀ ਵਿੱਚ ਆਉਂਦੇ ਆ ਪੱਥਰ ਦੀ ਤਰ੍ਹਾਂ, ਆਉਂਦੇ ਤੇ ਹੈ, ਆ ਕੇ ਆਨੰਦ ਵੀ ਮਾਣਦੇ, ਬੈਠਦੇ ਵੀ ਹੈ, ਸੁਣਦੇ ਵੀ ਹੈ, ਪਰ ਜਦੋਂ ਭੋਗ ਪੈ ਜਾਂਦਾ ਗੁਰਬਾਣੀ ਦਾ, ਸਮਾਪਤੀ ਹੋ ਜਾਂਦੀ ਹੈ, ਉਸ ਵੇਲੇ ਉਹ ਸੰਗਤ ਦਾ ਰੰਗਤ ਕਹਿੰਦੇ ਉਹਨਾਂ ਦੇ ਸਮੇਂ ਥੋੜੇ ਸਮੇਂ ਹੀ ਹਿਰਦੇ ਤੇ ਰਹਿੰਦਾ, ਸਰੀਰ ਤੇ ਰਹਿੰਦਾ, ਮਨ ਤੇ ਰਹਿੰਦਾ। ਉਹ ਹੌਲੀ ਹੌਲੀ ਸਮਾਂ ਪਾ ਕੇ ਸੰਗਤ ਦੀ ਰੰਗਤ ਲੱਥਣੀ ਸ਼ੁਰੂ ਹੋ ਜਾਂਦੀ ਹੈ, ਸੰਗਤ ਦਾ ਰੰਗ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਫਿਰ ਉਹ ਸੰਗਤ ਦੀ ਰੰਗਤ ਲੱਥ ਜਾਂਦੀ ਹੈ। ਉਪਰੰਤ ਸਤਿਗੁਰੂ ਜੀ ਕਹਿੰਦੇ ਪੱਥਰ ਦੀ ਤਰ੍ਹਾਂ ਜਿਉਂ ਦੇ ਤਿਉਂ ਹੀ ਰਹਿ ਜਾਂਦੇ, ਜਿਉਂ ਦੇ ਤਿਉਂ ਹੀ ਮੰਨੇ ਜਾਂਦੇ ਨੇ। ਉਹਨਾਂ ਨੂੰ ਬਖਸ਼ਿਸ਼ ਰਹਿਮਤ ਨਹੀਂ ਪ੍ਰਾਪਤ ਹੁੰਦੀ, ਖਾਲੀ ਦੇ ਖਾਲੀ ਰਹਿ ਜਾਂਦੇ। ਸਤਿਗੁਰੂ ਜੀ ਕਹਿੰਦੇ ਪੱਥਰ ਦੀ ਤਰ੍ਹਾਂ ਉਹ ਸੰਗਤ ਵਰਗੇ ਲੋਕ ਹੁੰਦੇ ਨੇ। ਤੇ ਸਤਿਗੁਰੂ ਜੀ ਪਾਣੀ ਵਿੱਚ ਤੁਸੀਂ ਕੱਪੜਾ ਪਾਇਆ, ਇਹਦਾ ਕੀ ਭਾਵ ਹੈ? ਸਤਿਗੁਰੂ ਜੀ ਕਹਿੰਦੇ ਦੂਜੇ ਨੰਬਰ ਦੀ ਸੰਗਤ ਉਹ ਹੈ ਜਿਹੜੇ ਮਨੁੱਖ ਆਉਂਦੇ ਨੇ ਸੰਗਤ ਵਿੱਚ, ਬੈਠਦੇ ਨੇ, ਆਨੰਦ ਮਾਣਦੇ ਨੇ, ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੇ ਨੇ ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ। ਕਹਿੰਦੇ ਉਸ ਮਨੁੱਖ ਨੂੰ ਇਦਾਂ ਦੀ ਪ੍ਰਾਪਤੀ ਹੁੰਦੀ ਹੈ, ਉਹ ਪਾਏ ਹੋਏ ਪਾਣੀ ਦੇ ਵਿੱਚ ਕੱਪੜੇ ਦੀ ਤਰ੍ਹਾਂ ਹੁੰਦੇ ਨੇ। ਉਹਨਾਂ ਦੇ ਉੱਤੇ ਸੰਗਤ ਦੀ ਰੰਗਤ ਕੁਝ ਘੰਟਿਆਂ ਤੱਕ ਰਹਿੰਦੀ ਜਾਂ ਕੁਝ ਦਿਨਾਂ ਤੱਕ ਰਹਿੰਦੀ ਹੈ। ਤੇ ਜਿਵੇਂ ਕੱਪੜਾ ਕੁਝ ਘੰਟਿਆਂ ਤੱਕ ਪਾਣੀ ਦੇ ਵਿੱਚੋਂ ਸੁੱਕ ਜਾਂਦਾ, ਪਾਇਆ ਹੋਇਆ ਬਾਹਰ ਕੱਢ ਕੇ ਰੱਖਿਆ ਸੁੱਕ ਜਾਂਦਾ ਨਾ, ਪਾਣੀ ਦਾ ਅਸਰ ਉਹ ਕੱਪੜੇ ਦੇ ਕੁਝ ਘੰਟਿਆਂ ਤੱਕ ਹੀ ਰਹਿੰਦਾ। ਇਸੇ ਤਰ੍ਹਾਂ ਦੂਜੇ ਨੰਬਰ ਦੇ ਉਹ ਮਨੁੱਖ ਨੇ ਜਿਨ੍ਹਾਂ ਨੇ ਸੰਗਤ ਕੀਤੀ, ਸੰਗਤ ਦੀ ਰੰਗਤ ਵੀ ਚੜੀ, ਗੁਰੂ ਦੀ ਗੱਲ ਕੱਲੀ ਕੱਲੀ ਸੁਣੀ ਵੀ ਆ, ਮੰਨੀ ਵੀ ਆ, ਪਰ ਕਹਿੰਦੇ ਸੰਗਤ ਦੀ ਰੰਗਤ ਬਹੁਤਾ ਸਮਾਂ ਨਹੀਂ ਰਹੀ। ਉਹ ਸੰਗਤ ਦੀ ਰੰਗਤ ਹੌਲੀ ਹੌਲੀ ਲੱਥਦੀ ਗਈ, ਜਿਉਂ ਦੇ ਤਿਉਂ ਹੀ ਰਹਿ ਗਏ। ਫਿਰ ਸਤਿਗੁਰੂ ਜੀ ਤੀਜੇ ਨੰਬਰ ਤੁਸੀਂ ਪਾਣੀ ਵਿੱਚ ਪਤਾਸੇ ਪਾਏ, ਪਾਣੀ ਵਿੱਚ ਪਤਾਸੇ ਪਾ ਦਿੱਤੇ, ਘੁਲ ਗਏ, ਮਿਕਸ ਹੋ ਗਏ, ਪਾਣੀ ਦਾ ਰੂਪ ਹੋ ਗਏ ਨੇ। ਇਹ ਸੰਗਤ ਕਿਹੜੀ ਹੈ? ਸਤਿਗੁਰੂ ਜੀ ਕਹਿੰਦੇ ਉਹ ਤੀਜੇ ਨੰਬਰ ਦੀ ਸੰਗਤ ਹੈ। ਜਿਹੜੇ ਆਉਂਦੇ ਗੁਰੂ ਸਤਿਗੁਰ ਦੀ ਪਵਿੱਤਰ ਹਜ਼ੂਰੀ ਅੰਦਰ ਆ ਕੇ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ, ਆਨੰਦ ਪ੍ਰਾਪਤ ਕਰਦੇ ਨੇ, ਸਤਿਗੁਰ ਦੀ ਕਿਰਪਾ ਪ੍ਰਾਪਤ ਕਰਦੇ, ਕੱਲੀ ਕੱਲੀ ਗੁਰੂ ਦੀ ਬਾਣੀ ਸੁਣਦੇ ਨੇ, ਗੁਰੂ ਦੇ ਕੱਲੇ ਕੱਲੇ ਵਿਚਾਰ ਨੂੰ ਹਿਰਦੇ ਵਿੱਚ ਵਸਾਉਂਦੇ ਨੇ, ਹਿਰਦੇ ਵਿੱਚ ਵਸਾ ਕੇ ਆ ਸਤਿਗੁਰ ਦੇ ਦਰ ਕਰਦੇ ਪ੍ਰੇਮੀ ਬਣ ਜਾਂਦੇ, ਸ਼ਰਧਾਲੂ ਬਣ ਜਾਂਦੇ ਨੇ। ਉਹਨਾਂ ਨੂੰ ਕਦਾਚਿਤ ਵੀ ਸੰਸਾਰ ਦੇ ਵਿੱਚ ਗੁਰੂ ਸਤਿਗੁਰ ਤੋਂ ਵੱਖ ਹੋਣ ਦੀ ਲੋੜ ਨਹੀਂ ਪੈਂਦੀ। ਉਹ ਤੇ ਸਤਿਗੁਰ ਦੇ ਰੂਪ ਬਣ ਗਏ ਨੇ, ਸਤਿਗੁਰ ਦੀ ਉਹਨਾਂ ਤੇ ਕਿਰਪਾ ਹੋ ਗਈ। ਹੁਣ ਪਾਣੀ ਵਿੱਚ ਪਾਏ ਪਤਾਸੇ ਕਦੇ ਮਿਕਸ ਕੀਤੇ ਹੋਏ ਵੱਖ ਨਹੀਂ ਹੋ ਸਕਦੇ। ਜੇ ਪਾਣੀ ਵਿੱਚੋਂ ਪਾਏ ਪਤਾਸੇ ਮਿਕਸ ਕੀਤੇ ਵੱਖ ਕਰਾਂਗੇ, ਨਹੀਂ ਹੋ ਸਕਦੇ, ਕੋਈ ਨਹੀਂ ਸਕਦੇ। ਕਿਹਦੀ ਤਾਕਤ ਹੈ ਕਿ ਸਤਿਗੁਰ ਦੀ ਇਸ ਬਖਸ਼ਿਸ਼ ਰਹਿਮਤ ਨੂੰ ਵੱਖ ਕੀਤਾ ਜਾਵੇ? ਨਹੀਂ ਹੋ ਸਕਦੇ। ਕਹਿੰਦੇ ਪਾਣੀ ਵਿੱਚ ਪਾਏ ਪਤਾਸੇ ਵੱਖ ਨਹੀਂ ਨਾ ਕੀਤੇ ਜਾਂਦੇ, ਫਿਰ ਗੁਰੂ ਦੇ ਸਤਿਗੁਰ ਦੇ ਸਿੱਖ, ਗੁਰੂ ਦੇ ਸ਼ਰਧਾਵਾਨ ਪ੍ਰੇਮੀ ਸਿੱਖ ਇਦਾਂ ਬਣ ਜਾਂਦੇ ਨੇ। ਉਹ ਸਤਿਗੁਰ ਦੇ ਚਰਨਾਂ ਨਾਲ ਜੁੜੇ, ਵੱਖ ਨਹੀਂ ਕੀਤੇ ਜਾਂਦੇ, ਸਤਿਗੁਰ ਤੋਂ ਬੇਮੁਖ ਨਹੀਂ ਹੁੰਦੇ। ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰਕੇ ਫਿਰ ਉਹ ਇਦਾਂ ਹੋ ਜਾਂਦੇ। ਗੁਰਬਾਣੀ ਦਾ ਵਰਮਾਨ ਹੈ, ਸਤਿਗੁਰ ਜੀ ਕਹਿੰਦੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਕਹਿੰਦੇ ਫਿਰ ਇਦਾਂ ਬਣ ਜਾਂਦੇ ਸਤਿਗੁਰੂ ਤੇ ਗੁਰੂ ਦੇ ਸਿੱਖਾਂ ਵਿੱਚ ਕੋਈ ਭੇਦ ਭਾਵ, ਕੋਈ ਗੈਬ ਨਹੀਂ ਰਹਿੰਦਾ।
ਉਹ ਸੰਗਤ ਕਰਨ ਵਾਲੇ ਇਦਾਂ ਦੇ ਬਣ ਜਾਂਦੇ ਨੇ। ਸਤਿਗੁਰ ਜੀ ਫਿਰ ਕਿਰਪਾ ਕਰ ਦਿੰਦੇ, ਬਖਸ਼ਿਸ਼ ਰਹਿਮਤ ਕਰ ਦਿੰਦੇ ਨੇ। ਇਦਾਂ ਆਨੰਦ ਪ੍ਰਾਪਤ ਹੋ ਜਾਂਦਾ, ਸਤਿਗੁਰ ਦੇ ਰੂਪ ਹੀ ਬਣ ਜਾਂਦੇ ਨੇ। ਫਿਰ ਸਤਿਗੁਰ ਦੇ ਰੂਪ ਬਣੇ ਹੋਏ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰਦੇ, ਆਨੰਦ ਪ੍ਰਾਪਤ ਕਰਦੇ ਨੇ। ਕਦਾਚਿਤ ਵੀ ਸੰਸਾਰ ਦੇ ਵਿੱਚ ਉਹ ਦੁੱਖਾਂ ਨੂੰ ਪ੍ਰਾਪਤ ਨਹੀਂ ਹੁੰਦੇ, ਕਿਸੇ ਪ੍ਰਕਾਰ ਇਦਾਂ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਲੈਂਦੇ, ਹਾਨੀ ਨੂੰ ਪ੍ਰਾਪਤ ਨਹੀਂ ਜੇ ਹੁੰਦੇ। ਅੱਜ ਸੇਵਕ ਪਰਿਵਾਰ ਬਾਬਾ ਜਗਰਾਜ ਸਿੰਘ ਤਥਾ ਸਮੂਹ ਕਲਿਆਣ ਪਰਿਵਾਰ, ਜਿਨ੍ਹਾਂ ਨੇ ਹਰੇਕ ਸਾਲ ਦੀ ਤਰ੍ਹਾਂ ਇਹ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ, ਵਧਾਈ ਦਾ ਪਾਤਰ ਹੈ ਪਰਿਵਾਰ। ਤੇ ਵਧਾਈ ਦਾ ਪਾਤਰ ਸਮੂਹ ਨਗਰ ਨਥੋਵਾਲ, ਜਿਨ੍ਹਾਂ ਨੇ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕੀਤੀ ਹੈ। ਬੜੇ ਚਾਉ ਦੇ ਨਾਲ, ਬੜੇ ਉਦਮ ਦੇ ਨਾਲ ਇਹ ਬਾਬਾ ਜੀ ਦੇ ਨਾਲ ਮਿਲ ਕੇ ਇਕੱਤਰ ਹੋ ਕਰਕੇ ਸੁਭਾਗ ਪ੍ਰਾਪਤ ਕੀਤਾ। ਸਤਿਗੁਰ ਦੀ ਕਿਰਪਾ ਰਹਿਮਤ ਹੋਈ ਹੈ। ਤੇ ਇਦਾਂ ਜੇਕਰ ਆਨੰਦ ਪ੍ਰਾਪਤ ਕਰੀਏ ਨਾ ਪਿਆਰਿਓ, ਤੇ ਫਿਰ ਸੰਸਾਰ ਦੇ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮਨੁੱਖ ਨੂੰ ਦੁੱਖਾਂ ਦੀ ਪ੍ਰਾਪਤੀ ਹੋਵੇ। ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਆਮ ਸੰਸਾਰ ਦੇ ਵਿੱਚ ਕਹਿ ਦਿੰਦੇ ਆ ਕਿ ਫਲਾਣੀ ਵਸਤੂ ਪ੍ਰਾਪਤ ਕੀਤੀ ਜਾਂ ਕੋਈ ਚੰਗਾ ਚੋਖਾ ਪ੍ਰਾਪਤ ਕੀਤਾ, ਆਨੰਦ ਆ ਗਿਆ, ਕਹਿ ਦਿੰਦੇ ਆ। ਪਰ ਅਸਲ ਆਨੰਦ ਤੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਦੇ ਨਾਲ ਪ੍ਰਾਪਤ ਹੁੰਦਾ। ਗੁਰਮੁਖ ਪਿਆਰਿਓ, ਸਤਿਗੁਰੂ ਜੀ ਕਹਿੰਦੇ ਕੋਈ ਚੰਗਾ ਚੋਖਾ ਖਾਣ ਦੇ ਨਾਲ ਕਹਿ ਦਿੰਦਾ ਆਨੰਦ ਆ ਗਿਆ, ਚੰਗੀ ਪ੍ਰਾਪਤੀ ਕੀਤੀ ਆਨੰਦ ਆ ਗਿਆ, ਚੰਗਾ ਸਫ਼ਰ ਕੀਤਾ ਕਹਿ ਦਿੰਦੇ ਆਨੰਦ ਆ ਗਿਆ। ਉਹ ਤੇ ਆਨੰਦ ਝੂਠੇ ਨੇ। ਜਿਹੜੇ ਆਨੰਦ ਹੈ ਸਤਿਗੁਰ ਦੀ ਹਜ਼ੂਰੀ ਵਿੱਚ ਹੈ। ਕਿਵੇਂ? ਸਤਿਗੁਰੂ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹੈ ਨਾਨਕ ਉਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਅਸਲ ਤੇ ਆਨੰਦ ਸਤਿਗੁਰ ਤੋਂ ਪ੍ਰਾਪਤ ਹੁੰਦਾ। ਅਸਲ ਤੇ ਆਨੰਦ ਗੁਰੂ ਸਤਿਗੁਰ ਦੀ ਪਵਿੱਤਰ ਹਜ਼ੂਰੀ ਅੰਦਰੋਂ ਪ੍ਰਾਪਤ ਹੁੰਦਾ। ਹੋਰ ਕੋਈ ਇਦਾਂ ਦੀ ਥਾਂ ਨਹੀਂ ਜਿੱਥੋਂ ਆਨੰਦ ਪ੍ਰਾਪਤ ਹੋ ਜੇ। ਬਾਕੀ ਆਨੰਦ ਝੂਠੇ ਨੇ। ਸਤਿਗੁਰ ਦੀ ਹਜ਼ੂਰੀ ਵਿੱਚ ਆਨੰਦ ਵੱਖਰੇ ਨੇ, ਜਿਨ੍ਹਾਂ ਦੀ ਕੋਈ ਮਹਿਮਾ ਵਰਣਨ ਨਹੀਂ ਕਰ ਸਕਦਾ। ਇਹ ਆਨੰਦ ਇਦਾਂ ਦੇ ਨੇ। ਕਿੱਦਾਂ ਦੇ? ਜਿਵੇਂ ਗੁਰਬਾਣੀ ਕਹਿੰਦੀ ਕੋਈ ਗੁੰਗਾ ਮਨੁੱਖ ਹੈ, ਗੁੰਗੇ ਮਨੁੱਖ ਨੇ ਗੁੜ ਖਾਧਾ, ਮਠਿਆਈ ਖਾਧੀ ਹੈ। ਹੁਣ ਉਹ ਮਠਿਆਈ ਦਾ, ਗੁੜ ਦਾ ਆਨੰਦ ਉਹਨੂੰ ਕਿੰਨਾ ਪ੍ਰਾਪਤ ਹੋਇਆ ਬੋਲ ਕੇ ਨਹੀਂ ਦੱਸ ਸਕਦਾ। ਕਿਉਂ? ਕਿਉਂਕਿ ਗੁੰਗਾ ਮਨੁੱਖ ਬੋਲਦਾ ਨਹੀਂ, ਬੋਲ ਨਹੀਂ ਸਕਦਾ। ਉਹ ਮਠਿਆਈ ਦਾ ਆਨੰਦ ਕਿੰਨਾ ਪ੍ਰਾਪਤ ਹੋਇਆ ਦੱਸ ਨਹੀਂ ਸਕਦਾ ਮੁਖ ਤੋਂ ਬੋਲ ਕੇ। ਪਰ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਹਨੂੰ ਆਨੰਦ ਕਿੰਨਾ ਪ੍ਰਾਪਤ ਹੋਇਆ, ਕਿੱਡੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋਈ ਇਹਨੂੰ। ਸਾਨੂੰ ਫਿਰ ਉਹਦੇ ਫੇਸ ਤੋਂ, ਉਹਦੇ ਮੁਖ ਤੋਂ ਪ੍ਰਾਪਤ ਹੋਵੇਗਾ ਇਹਨੂੰ ਆਨੰਦ ਕਿੰਨਾ ਪ੍ਰਾਪਤ ਹੋਇਆ। ਕਿਉਂ? ਕਿਉਂਕਿ ਉਹਦਾ ਫੇਸ, ਉਹਦਾ ਮੁਖ ਇਦਾਂ ਦੀ ਖੁਸ਼ੀ ਨੂੰ, ਇਦਾਂ ਦੇ ਆਨੰਦ ਨੂੰ ਪ੍ਰਾਪਤ ਕਰ ਲਵੇਗਾ। ਅੰਦਾਜ਼ਾ ਲਾ ਲਵਾਂਗੇ ਕਿ ਇਸ ਮਨੁੱਖ ਨੂੰ ਕਿੰਨਾ ਆਨੰਦ ਪ੍ਰਾਪਤ ਹੋਇਆ। ਕਹਿਣ ਤੇ ਕਥਨ ਕਰਨ ਤੇ ਬਾਹਰ ਦੀਆਂ ਗੱਲਾਂ ਨੇ ਫਿਰ ਤੇ। ਸਤਿਗੁਰੂ ਜੀ ਕਹਿੰਦੇ ਅਸਲ ਆਨੰਦ ਤੇ ਗੁਰੂ ਸਤਿਗੁਰ ਦੀ ਹਜ਼ੂਰੀ ਵਿੱਚੋਂ ਹੈ। ਸਤਿਗੁਰ ਦੀ ਬਾਣੀ ਪੜ੍ਹ ਕੇ ਆ, ਸਤਿਗੁਰ ਦੇ ਨਾਮ ਜਪ ਕੇ ਆ, ਗੁਰੂ ਦਾ ਸੇਵਾ ਸਿਮਰਨ ਕਰਕੇ ਆ ਆਨੰਦ ਅਸਲ। ਬਾਕੀ ਆਨੰਦ ਤੇ ਝੂਠੇ ਨੇ, ਬਿਨਸਨਹਾਰ ਨੇ। ਸਤਿਗੁਰੂ ਜੀ ਕਹਿੰਦੇ ਸਮਾਂ ਪਾ ਕੇ ਬਿਨਸ ਜਾਂਦੇ, ਖਤਮ ਹੋ ਜਾਂਦੇ ਨੇ, ਫਿੱਕੇ ਪੈ ਜਾਂਦੇ ਨੇ। ਪਰ ਸਤਿਗੁਰ ਦੇ ਦਰ ਕਰਦਾ ਆਨੰਦ ਕਦੇ ਫਿੱਕਾ ਨਹੀਂ ਪੈਂਦਾ। ਉਹਦੇ ਦੂਣਾ ਚੌਣਾ ਚੜ੍ਹਦੀ ਕਲਾ ਵਿੱਚ ਜਾਂਦਾ। ਜਿਵੇਂ ਸਤਿਗੁਰ ਦੀ ਗੁਰਬਾਣੀ ਕਹਿੰਦੀ ਖਾਵਹੋ ਖਰਚੋ ਰਾਲ ਮਿਲ ਭਾਈ, ਤੋਟ ਨਾ ਆਵੇ ਬਦ ਤੋਂ ਜਾਈ। ਸਤਿਗੁਰ ਦੀ ਕਿਰਪਾ ਰਹਿਮਤ ਹੁੰਦੀ, ਪਰ ਤੋਟ ਨਹੀਂ ਹੁੰਦਾ, ਘਾਟਾ ਨਹੀਂ ਹੁੰਦਾ, ਵੱਧਦੀ ਜਾਂਦੀ ਕਿਰਪਾ ਸਤਿਗੁਰ ਦੀ। ਸਤਿਗੁਰੂ ਜੀ ਕਹਿੰਦੇ ਦਾ ਆਨੰਦ ਕਿਤੇ ਕਿਸੇ ਪ੍ਰਕਾਰ ਕੋਈ ਹੱਦ ਨਹੀਂ ਹੈ। ਸੰਸਾਰ ਵਿੱਚ ਕੋਈ ਵੀ ਵਸਤੂ ਲਾ ਲਓ, ਕਿਤੇ ਨਾ ਕਿਤੇ ਜਾ ਕੇ ਉਹਦਾ ਹੱਦ ਅੰਤ ਹੋ ਜਾਂਦਾ। ਪਰ ਸਤਿਗੁਰ ਦੀ ਕਿਰਪਾ ਦਾ ਕੋਈ ਅੰਤ ਨਹੀਂ, ਕੋਈ ਹੱਦ ਨਹੀਂ, ਕੋਈ ਪਾਰਾਵਾਰ ਨਹੀਂ ਹੈ। ਜਿਵੇਂ ਪ੍ਰਾਪਤ ਕਰਾਂਗੇ ਤਿਵੇਂ ਦੂਣੀ ਚੌਣੀ ਵੱਧਦੀ ਜਾਵੇਗੀ।
ਸਤਿਗੁਰ ਦੀ ਕਿਰਪਾ ਰਹਿਮਤ ਹੋਵੇਗੀ। ਇਹ ਆਨੰਦ ਹੈ ਸਤਿਗੁਰ ਦੇ ਦਰ ਕਰਦਾ, ਇਹ ਬਖਸ਼ਿਸ਼ ਰਹਿਮਤ ਹੈ ਸਤਿਗੁਰ ਦੇ ਦਰ ਕਰਦੀ। ਬਾਕੀ ਆਨੰਦ ਤੇ ਬਿਨਸਨਹਾਰ ਨੇ, ਝੂਠੇ ਨੇ। ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ, ਕੀ ਕਹਿੰਦੀ ਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ ਜੀ ਕਹਿੰਦੇ, ਕੱਲ ਨੂੰ ਆਪਾਂ ਸ਼ਲੋਕਾਂ ਵਿੱਚ ਵੀ ਸਰਵਣ ਕਰਾਂਗੇ, ਭੋਗ ਦੇ ਸ਼ਲੋਕਾਂ ਵਿੱਚ। ਕੀ ਕਹਿੰਦੇ ਸਤਿਗੁਰੂ ਜੀ? ਕਹਿੰਦੇ ਸੰਸਾਰ ਵਿੱਚ ਜੋ ਵੀ ਆਨੰਦ ਉਤਪੰਨ ਹੋਏ, ਜੋ ਵੀ ਵਸਤੂ ਉਤਪੰਨ ਹੋਈ, ਪੈਦਾ ਹੋਈ ਹੈ ਨਾ, ਉਹ ਸਮਾਂ ਪਾ ਕੇ ਬਿਨਸ ਜਾਵੇਗੀ, ਖਤਮ ਹੋ ਜਾਵੇਗੀ। ਸਤਿਗੁਰੂ ਜੀ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਪਿਆਰਿਆ, ਜੋ ਵੀ ਸੰਸਾਰ ਵਿੱਚ ਵਸਤੂ ਉਤਪੰਨ ਹੋਈ ਹੈ, ਸਮਾਂ ਪਾ ਕੇ ਖਤਮ ਹੋ ਜਾਵੇਗੀ, ਬਿਨਸ ਜਾਵੇਗੀ, ਸਮਾਂ ਪਾ ਕੇ ਮੁੱਕ ਜਾਵੇਗੀ, ਉਹਦਾ ਅੰਤ ਹੋ ਜਾਵੇਗਾ। ਪਰ ਜਿਹੜੀ ਸਤਿਗੁਰ ਦੀ ਕਿਰਪਾ ਰਹਿਮਤ ਹੈ ਨਾ, ਇਹ ਕਦਾਚਿਤ ਵੀ ਖਤਮ ਨਹੀਂ ਹੋਣ ਵਾਲੀ, ਇਹ ਕਦਾਚਿਤ ਵੀ ਮੁੱਕਣ ਵਾਲੀ ਨਹੀਂ, ਇਹਦਾ ਅੰਤ ਨਹੀਂ ਆਉਣ ਵਾਲਾ। ਇਹਦੇ ਜਿਵੇਂ ਜਿਵੇਂ ਪ੍ਰਾਪਤ ਕਰਾਂਗੇ, ਤਿਵੇਂ ਤਿਵੇਂ ਦੂਣੀ ਚੌਣੀ ਵੱਧਦੀ ਜਾਵੇਗੀ। ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਹੋਵੇਗੀ। ਗੁਰੂ ਨਾਨਕ ਦਾ ਖਜ਼ਾਨਾ 13 13 ਕਹਿ ਕੇ ਲੁੱਟ ਲਓ, ਕਦੇ ਮੁੱਕਣ ਵਾਲਾ ਨਹੀਂ, ਪਰ ਲੁੱਟਣ ਵਾਲੇ ਚਾਹੀਦੇ ਨੇ। ਲੁੱਟ ਲਓ ਸਤਿਗੁਰ ਦੀ ਕਿਰਪਾ ਰਹਿਮਤ, ਸਤਿਗੁਰ ਤੇ ਲੁਟਾਈ ਜਾਂਦੇ ਹੋ ਪਿਆਰਿਓ। ਇਦਾਂ ਬਖਸ਼ਿਸ਼ ਰਹਿਮਤ ਮੁੱਕਣ ਵਾਲੀ ਨਹੀਂ, ਆਨੰਦ ਮੁੱਕਣ ਵਾਲੇ ਨਹੀਂ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ, ਫਿਰ ਤੇ ਆਨੰਦ ਮੁੱਕਦੇ ਨਹੀਂ। ਸੰਗਤ ਕਰੀ ਜਾਵੋ ਸਤਿਗੁਰ ਦੀ, ਨਾਮ ਜਪੀ ਜਾਵੋ ਸਤਿਗੁਰ ਦਾ, ਸੇਵਾ ਕਰੀ ਜਾਵੋ ਸਤਿਗੁਰ ਦੀ, ਫਿਰ ਤੇ ਆਨੰਦ ਲੈਂਦੇ ਥੱਕ ਜਾਵਾਂਗੇ। ਸਤਿਗੁਰ ਜੀ ਆਨੰਦ ਪ੍ਰਦਾਨ ਕਰਦੇ, ਥੱਕਣਗੇ ਨਹੀਂ। ਕਦਾਚਿਤ ਘਾਟਾ ਨਹੀਂ ਆਵੇਗਾ, ਤੋਟਾ ਨਹੀਂ ਆਵੇਗਾ। 13 13 ਕਹਿ ਕੇ ਲੁਟਾਈ ਜਾਂਦੇ ਹੋ, ਲੁੱਟਣ ਵਾਲਾ ਚਾਹੀਦਾ। ਲੁੱਟ ਲਓ ਸਤਿਗੁਰ ਦੇ ਦਰ ਕਰਦੀ ਬਖਸ਼ਿਸ਼ ਰਹਿਮਤ, ਗਰੀਬ ਬਣ ਕੇ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰ ਲਓ। ਗਰੀਬ ਬਣ ਕੇ ਦਰ ਘਰ ਦੇ ਮੰਗਦੇ ਬਣ ਕੇ ਮੰਗ ਲਓ। ਸਤਿਗੁਰ ਜੀ ਦੇ ਖਜ਼ਾਨੇ ਖੋਲੀ ਬੈਠੇ ਨੇ, ਮੋਦੀ ਖਾਨੇ ਦੇ ਖਜ਼ਾਨੇ ਪ੍ਰਦਾਨ ਕਰਨ ਨੂੰ ਬੈਠੇ ਨੇ, ਪਰ ਪ੍ਰਾਪਤੀ ਕਰਨ ਵਾਲਾ ਚਾਹੀਦਾ, ਮਨ ਚਾਹੀਦਾ। ਸਤਿਗੁਰੂ ਜੀ ਕਹਿੰਦੇ ਕਿੱਦਾਂ ਦਾ ਮਨ ਹੋਵੇ? ਸਤਿਗੁਰੂ ਜੀ ਨੂੰ ਤਨ ਮਨ ਧਨ ਸਭ ਸੌਂਪ ਦੇ, ਸਤਿਗੁਰ ਦੇ ਦਰ ਕਰਦਾ ਸੇਵਕ ਬਣ ਜਾ। ਗੁਰੂ ਸਤਿਗੁਰ ਦੀ ਪ੍ਰਾਪਤੀ ਕਰ ਲੈ, ਮਹਿਮਾ ਪ੍ਰਾਪਤ ਕਰ ਲੈ। ਸਤਿਗੁਰੂ ਜੀ ਫਿਰ ਆਪ ਕਿਰਪਾ ਕਰਨਗੇ, ਡੋਰਾ ਸਤਿਗੁਰ ਤੇ ਛੱਡ ਦੇ, ਆਪ ਬਖਸ਼ਿਸ਼ ਰਹਿਮਤ ਕਰਨਗੇ। ਉਹ ਤੇਰੀ ਖਾਲੀ ਝੋਲੀ ਦੇ ਵਿੱਚ 13 13 ਪਾ ਕੇ ਤੈਨੂੰ ਨਿਹਾਲ ਕਰ ਦੇਣਗੇ, ਆਨੰਦ ਪ੍ਰਦਾਨ ਕਰ ਦੇਣਗੇ, ਖੁਸ਼ੀਆਂ ਪ੍ਰਦਾਨ ਕਰ ਦੇਣਗੇ। ਇਦਾਂ ਸਤਿਗੁਰ ਦੀ ਕਿਰਪਾ ਹੋ ਜਾਵੇਗੀ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਸਮਾਂ ਜੋ ਸਮਾਪਤ ਹੋ ਗਿਆ, ਆਪਾਂ ਕੱਲ ਨੂੰ ਤਕਰੀਬਨ ਜੋ 9ਵੇਂ ਮਹੱਲੇ ਦੇ ਸ਼ਲੋਕ ਹੈ 8 ਵਜੇ, ਤਕਰੀਬਨ 7:35 ਤੇ ਆਰੰਭ ਹੋ ਜਾਣਗੇ। 8 ਵਜੇ ਸਾਰੀ ਭੋਗਾਂ ਦੀ ਸਮਾਪਤੀ ਹੈ, ਇੱਥੋਂ ਬਾਣੀ ਦੀ ਸਮਾਪਤੀ ਹੈ। ਉਪਰੰਤ ਆਪਾਂ ਗੁਰਦੁਆਰਾ ਬਾਬਾ ਰਵਿਦਾਸ ਜੀ ਵਿਖੇ ਪਹੁੰਚ ਕੇ ਉੱਥੇ ਵੱਡੇ ਦੀਵਾਨ ਸਜਾਵਾਂਗੇ, ਕਥਾ ਕੀਰਤਨ ਦੇ ਦੀਵਾਨ ਸਜਣਗੇ ਤੇ ਇੱਕ ਧਾਰਨਾ ਦੇ ਨਾਲ ਕੀਰਤਨ ਹੋਵੇਗਾ। ਬਾਬਾ ਹਰਦੀਪ ਸਿੰਘ ਖੁਸ਼ਦਲ ਜੀ ਜਗਰਾਉਂ ਵਾਲੇ ਰਾਏਕੋਟ ਤੋਂ ਪਹੁੰਚਣਗੇ। ਉਹਨਾਂ ਦੀ ਕਿਰਪਾ, ਸਤਿਗੁਰ ਦੀ ਕਿਰਪਾ ਦੇ ਨਾਲ ਉਹਨਾਂ ਦੇ ਇਹ ਦੀਵਾਨ ਲੱਗਣਗੇ ਕੱਲ ਦੇ 9:30 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਆਪ ਸੰਗਤ ਨੇ ਸਰਵਣ ਕਰਨਾ। ਉਪਰੰਤ ਢਾਡੀ ਜਥਾ ਜੋ ਕਿ ਜਸਵੰਤ ਸਿੰਘ ਦੀਵਾਨਾ ਜੀ ਹਰੇਕ ਸਾਲ ਪਹੁੰਚਦੇ ਨੇ, ਬੜੇ ਸਤਿਕਾਰਯੋਗ ਬਹੁਤ ਵਧੀਆ ਢਾਡੀ ਜਥਾ ਏ, ਉਹ ਵੀ ਪਹੁੰਚਣਗੇ। ਬਾਕੀ ਹੋਰ ਮਹਾਂਪੁਰਖ ਵੀ ਪਹੁੰਚਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਤਕਰੀਬਨ ਗੁਰੂ ਚਰਨਾਂ ਵਿੱਚ ਪਹੁੰਚਣ ਦਾ ਯਤਨ ਕਰਿਓ। ਹੁਮ ਹਮਾ ਕੇ ਆਪਾਂ ਇਹ ਜੋ ਵਿਚਾਰ ਪ੍ਰਾਪਤ ਕਰਨੀ ਹੈ, ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਬਾਬਾ ਜਗਰਾਜ ਸਿੰਘ ਜੀ ਕਲਿਆਣ ਪਰਿਵਾਰ ਵੱਲੋਂ। ਬਹੁਤ ਉੱਤਮ ਭਾਗ ਨੇ ਸਾਡੇ ਔਰ ਤੁਹਾਡੇ ਇਸ ਨੱਥੋਵਾਲ ਨਗਰ ਦੇ। ਸਤਿਗੁਰੂ ਜੀ ਕਿਰਪਾ ਕਰਦੇ ਆਓ, ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਸ਼ਲੋਕ ਪੜ੍ਹ ਕੇ ਦੀਵਾਨਾਂ ਦੀ ਸਮਾਪਤੀ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਦੇ।